ਧੰਨ ਧੰਨ ਮਹਾਨ ਸਤਿਗੁਰੂ ਪਿਆਰਾ ਸਿੰਘ ਜੀ, ਜਿਨ੍ਹਾਂ ਦਾ ਜਨਮ ਮਾਤਾ ਕਰਮੀ ਦੀ ਕੁੱਖੋਂ ਤੇ ਪਿਤਾ ਤੁਲਸੀ ਰਾਮ ਦੇ ਘਰ ਪਿੰਡ ਧਮਾਣਾ ਧਰਮ ਕਲਾਂ ਸਥਾਨ ਭਨੇਰਾਂ ਵਾਲੀ ਇਤਿਹਾਸਗੜ੍ਹ ਸਾਹਿਬ ਜ਼ਿਲ੍ਹਾ ਰੋਪੜ ਵਿਖੇ ਹੋਇਆ। ਉਹਨਾਂ ਦੀਆਂ ਮਹਾਨ ਕਿਰਤਾਂ ਨੂੰ ਅੱਜ ਜਿੱਥੇ ਸਮੁੱਚਾ ਦੇਸ਼ ਜਾਣਦਾ, ਉਹਨਾਂ ਦੀ ਮਹਾਨ ਸੇਵਾ ਨੂੰ ਮਨੁੱਖਤਾ ਪ੍ਰਤੀ, ਗਊਆਂ ਪ੍ਰਤੀ, ਪੰਛੀਆਂ ਪ੍ਰਤੀ, ਪਰਿੰਦਿਆਂ ਪ੍ਰਤੀ ਜਿੱਥੇ ਸਾਰਾ ਦੇਸ਼ ਜਾਣਦਾ, ਸਾਰਾ ਸਮਾਜ ਜਾਣਦਾ, ਉੱਥੇ ਅੱਜ ਅਸੀਂ ਇੱਕ ਡਾਕੂਮੈਂਟਰੀ ਲੈ ਕੇ, ਇੱਕ ਡਾਕੂਮੈਂਟਰੀ ਤਰਜ਼ 'ਤੇ ਜਿਸ ਚੀਜ਼ ਦੇ ਉੱਤੇ ਕੰਮ ਕਰਨਾ ਚਾਹੁੰਦੇ ਹਾਂ, ਇੱਕ ਖੋਜ ਦੇ ਉੱਤੇ ਕੰਮ ਕਰਨਾ ਚਾਹੁੰਦੇ ਹਾਂ, ਉਹਨਾਂ ਦੀ ਇਸ ਦੇ ਲਈ ਵਿਸ਼ੇਸ਼ ਜਿਹੜੀ ਗੱਲਬਾਤ ਆ, ਅਸੀਂ ਇੱਕ ਉਪਰਾਲਾ ਕਰ ਰਹੇ ਹਾਂ। ਉਸ ਉਪਰਾਲੇ ਦੇ ਵਿੱਚ ਸਾਡੇ ਨਾਲ ਬੈਠੇ ਨੇ ਮਹਾਨ ਸਤਿਗੁਰੂ ਬਾਬਾ ਪਿਆਰਾ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਦੋ ਚਾਰ ਗੱਲਾਂ ਸਾਂਝੇ ਕਰਦੇ ਹੋਏ ਇਹ ਜਾਣਨਾ ਚਾਹੁੰਦੇ ਹਾਂ ਵੀ ਬਾਬਾ ਜੀ ਜਿਹੜਾ ਪਹਿਲਾ ਜਿਹੜਾ ਸਟੈਪ ਹੈ ਵੀ ਇੱਕ ਕਿਰਤ ਦੀ ਗੱਲ ਜੇ ਕਰੀਏ, ਤੁਸੀਂ ਜੰਗਲਾਂ ਦੇ ਵਿੱਚ ਹਲ ਵਾਹੁੰਦੇ ਆ, ਇਸ ਦਾ ਜਿਹੜਾ ਮੀਨਿੰਗ ਅੱਜ ਦੇ ਯੁੱਗ ਦੇ ਵਿੱਚ, ਵਿਗਿਆਨਕ ਯੁੱਗ 'ਚ ਕੀ ਰਹਿ ਜਾਂਦਾ? ਗੱਲ ਇਹ ਕਿ ਵੀ ਜਿਹੜਾ ਕੋਈ ਵੀ ਮਹਾਂਪੁਰਸ਼ ਹੈ, ਜਿਸ ਮਹਾਂਪੁਰਸ਼ ਨੇ ਆਪਣੇ ਹੱਥੀਂ ਕਿਰਤ ਨਹੀਂ ਕਰੀ, ਉਹਨੂੰ ਮਹਾਂਪੁਰਸ਼ ਨੂੰ ਇਹ ਕਿਆ ਪਤਾ ਵੀ ਪੈਸਾ ਕਿੱਦਾਂ ਬਣਦਾ? ਉਸ ਮਹਾਂਪੁਰਸ਼ ਨੂੰ ਇਹ ਕਿਆ ਪਤਾ ਵੀ ਗਰੀਬ ਵੀਰ ਦਾ ਕਿਆ ਸਵਾਲ ਹੈ? ਜਿਹੜਾ ਬੰਦਾ ਜਨਤਾ ਦੇ ਪੈਸੇ ਪਰ ਨਿਰਭਰ ਆ, ਉਹਨੂੰ ਗਰੀਬ ਬੰਦਾ ਨਹੀਂ ਦੇਖ ਸਕਦਾ, ਉਹਨੂੰ ਵੀਰੇ ਦੇਖ ਸਕਦਾ। ਜਿਹੜਾ ਬੰਦਾ ਹੱਥੀਂ ਕਿਰਤ ਕਰਦਾ, ਹਲ ਬਾਵੇ, ਹੱਥੀਂ ਕਿਰਤ ਕਰੇ, ਕਿਰਤ ਕਰਕੇ ਉਹਨੂੰ ਸਭ ਜੀਬਾਂ 'ਚ ਇੱਕ ਰੂਪ ਦਿਖਦਾ। ਲੇਕਿਨ ਜੇਕਰ ਬੰਦਾ ਦੂਏ ਪਰ ਨਿਰਭਰ ਰਿਹਾ, ਉਹਨੂੰ ਫਿਰ ਦੂਸਰਾ ਗਰੀਬ ਬੰਦਾ ਨਹੀਂ ਦਿਖਦਾ, ਉਹਨੂੰ ਅਮੀਰ ਬੰਦਾ ਦਿਖਦਾ। ਇਸ ਕਰਕੇ ਮੈਨੂੰ ਸੋਝੀ ਸਮਝਣ ਤੋਂ ਬਾਅਦ ਅਸਲ ਅਕਾਲ ਪੁਰਖ ਮਿਲਿਆ। ਲੇਕਿਨ ਮੈਂ ਆਪਣੀ ਹੱਥੀਂ ਹਲ ਵਾਹ ਕੇ ਕਿਰਤ ਕਰਕੇ ਉਸ ਪਰਮਾਤਮਾ ਨੂੰ ਪਾਇਆ, ਲੇਕਿਨ ਗੱਲਾਂ ਕਰਕੇ ਉਸ ਪਰਮਾਤਮਾ ਨੂੰ ਨਹੀਂ ਪਾਇਆ। ਗਊ ਗਰੀਬ ਦੀ ਸੇਵਾ 'ਚ ਮੈਨੂੰ ਸਭ ਤੋਂ ਵਿਸ਼ਵਾਸ ਹੈ, ਲੇਕਿਨ ਜੋ ਕਿਰਤ ਵਿੱਚ ਨਜ਼ਾਰਾ ਕਿਸੇ ਹੋਰ ਦੀ, ਕਿਸੇ ਹੋਰ ਚੀਜ਼ ਵਿੱਚ ਨਜ਼ਾਰਾ ਨਹੀਂ ਹੈ। ਬਾਬਾ ਜੀ ਇੱਥੇ ਬਹੁਤ ਸਾਰੇ ਤੁਹਾਡੇ ਇੱਥੇ ਦੇਖੀ ਆ ਕੇ, ਇੱਥੇ ਧਰਮ ਕਲਾਂ ਸਥਾਨ ਭਨੇਰਾਂ ਵਾਲੀ ਜਾ ਕੇ ਦੇਖਿਆ ਵੀ ਜਿਹੜੀਆਂ ਬਹੁਤ ਸਾਰੀਆਂ ਔਰਤਾਂ, ਬਹੁਤ ਸਾਰੇ ਤੁਹਾਡੇ ਸੇਵਾਦਾਰਾਂ ਅਕਸਰ ਇੱਕ ਪੂਰੀਆਂ ਦੀ ਜਿਹੜੀ ਚੂਰੀ ਬਣਾ ਰਹੇ ਆ, ਉਹ ਕਿਸ ਪਰਪਸ ਲਈ ਹੈ, ਕਿਆ ਬਣਾ ਰਹੇ ਆ ਉਹ? ਦੇਖੋ ਗੱਲ ਇਹ ਕਿ ਜਿਸ ਵੇਲੇ ਇਨਸਾਨ ਇਸ ਮਾਤਲੋਕ ਵਿੱਚ ਪੈਦਾ ਹੋ ਕੇ ਆਉਂਦਾ ਨਾ, ਪੀਰ ਪਕੰਬਰ ਅਵਤਾਰ ਫਕਰ ਰੌਲੀਅਨ ਹੋਏ। ਅੱਜ ਅਸੀਂ ਹਿਸਟਰੀਆਂ ਪੜ੍ਹ ਰਹੇ ਇਸ ਹਿੰਦੁਸਤਾਨ ਦੀ ਧਰਤੀ ਦੇ ਅੰਦਰ ਵੀ, ਲੇਕਿਨ ਉਹ ਮਹਾਂਪੁਰਸ਼ਾਂ ਨੇ ਕਿੱਦਾਂ ਦੇ ਕਰਮ ਕਰੇ, ਚੰਗੇ ਕਰਮ ਕਰੇ। ਅੱਜ ਅਸੀਂ ਲੋਕ ਵੀ ਪੂਜ ਰਹੇ, ਦੁਨੀਆ ਵੀ ਉਹਨਾਂ ਨੂੰ ਪੂਜ ਰਹੀ ਹੈ, ਵੇਦਾਂ ਗ੍ਰੰਥਾਂ ਵਿੱਚ ਵੀ ਮਹਿਮਾ ਹੋ ਰਹੀ ਹੈ। ਪਰ ਜਿਹੜਾ ਅਸਲ ਇਨਸਾਨ ਨੇ ਬੈਠਾ ਨਹੀਂ ਰਹਿਣਾ। ਇਨਸਾਨ ਉਹੀ ਹੈ, ਮਹਾਂਪੁਰਸ਼ ਉਹੀ ਹੈ ਜਿਹੜਾ ਕੀੜੀ ਤੋਂ ਲੈ ਕੇ ਹਾਥੀ ਤੱਕ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਵਿੱਚ ਇੱਕ ਪਰਮੇਸ਼ਰ ਦਾ ਵਾਸਾ ਦੇਗਾ। ਲੇਕਿਨ ਇਨਸਾਨ ਖਾ ਕੇ ਹਰਾਮ ਕਰ ਸਕਦਾ, ਲੇਕਿਨ ਜਿਹੜੇ ਪਸ਼ੂ ਜੀਆ ਜੰਤ ਖਾ ਕੇ ਨਹੀਂ ਹਰਾਮ ਕਰ ਸਕਦੇ। ਪਰ ਲੇਕਿਨ ਸਾਰੇ ਇਨਸਾਨ ਵੀ ਇਕਸਾਰ ਨਹੀਂ ਹੁੰਦੇ। ਜਿਹੜੀ ਸਭ ਤੋਂ ਬੜੀ ਨੰਗੇ ਪੈਰੀ ਰਾਸਣ ਬਣਾ, ਇੱਕ ਤਾਂ ਬੰਦੇ ਦਾ ਮਨ ਨੀਵਾਂ ਰਹਿੰਦਾ, ਇੱਕ ਬੰਦੇ ਦੀ ਜਿਹੜੀ ਭਾਵਨਾ ਕਦੇ ਬਦਲਦੀ ਨਹੀਂ ਹੈ, ਇੱਕ ਦੂਏ ਦੀ ਮਾਰ ਬਣਾਈ ਬਾਹਰ ਨਹੀਂ ਸੋਚਦਾ। ਜੇਕਰ ਬੰਦਾ ਇਸ ਧਰਮ ਜਿਹੜੀ ਇਹ ਕਿਰਤ ਨੂੰ ਕਰਦਾ, ਹਮੇਸ਼ਾ ਨਹੀਂ ਬੰਦੇ ਦਾ ਖਿਆਲ ਜਿਹੜਾ ਨੀਵਾਂ ਰਹੂਗਾ, ਹਰ ਦਾ ਭਲਾ ਮੰਗੂਗਾ। ਜੇਕਰ ਬੰਦਾ ਦੋਨੋਂ ਸਿਰੇ ਪੈਸੇ ਦੇ ਖਿਆਲ ਰੱਖਿਆ, ਫਿਰ ਉਹਦਾ ਮਨ ਕਦੇ ਕਿਸੇ ਨੂੰ ਮਾਰਨ ਬਾਰੇ ਸੋਚੂਗਾ, ਕਿਸੇ ਨੂੰ ਲੁੱਟਣ ਬਾਰੇ ਸੋਚੂਗਾ, ਕਿਸੇ ਨੂੰ ਬਣਾਉਣ ਬਾਰੇ ਸੋਚੂਗਾ। ਮੈਨੂੰ ਅਸਲ ਅਕਾਲ ਪੁਰਖ ਮਿਲਿਆ। ਇਸ ਕਰਕੇ ਬੰਦਿਆਂ ਵਾਸਤੇ ਵੀ ਇੱਥੇ 24 ਘੰਟੇ ਲੰਗਰ ਚੱਲਦੇ, ਅਤੇ ਜੀਆ ਜੰਤ, ਕੀੜੀਆਂ, ਕੌੜੇ, ਪੰਛੀ ਸਾਰੇ ਉਹਨਾਂ ਵਾਸਤੇ 24 ਘੰਟੇ ਜੰਗਲਾਂ ਵਿੱਚ ਰਾਸਣ ਜਾ ਰਿਹਾ ਹੈ। ਬਾਬਾ ਜੀ ਅਸੀਂ ਸ਼ੂਟ ਕਰਦੇ ਵਕਤ ਇੱਕ ਚੀਜ਼ ਦੇਖੀ ਹੈ ਵੀ ਜਦੋਂ ਤੁਸੀਂ ਗਊਆਂ ਨੂੰ ਰਾਸ਼ਨ ਪਾਉਣ ਜਾਂਦੇ ਆ ਤਾਂ ਸੈਂਕੜੇ ਤਾਦਾਦ ਦੇ ਵਿੱਚ ਗਊਆਂ ਜਿਹੜੀਆਂ ਤੁਹਾਡੇ ਵੱਲ ਰੁੱਖ ਕਰਕੇ ਦੌੜੀਆਂ ਆਉਂਦੀਆਂ, ਔਰ ਇੰਨੀ ਗਊਆਂ ਦੀ ਜਿਹੜੀ ਸੇਵਾ ਭਾਵਨਾ, ਇਹ ਤੁਸੀਂ ਕਿਸ ਚੀਜ਼ ਤੋਂ ਪ੍ਰੇਰਨਾ ਲਈ ਹੈ? ਜਿਹੜੀ ਪ੍ਰੇਰਨਾ ਮੈਨੂੰ ਅਸਲ ਅਕਾਲ ਪੁਰਖ ਜੀ ਨੇ ਮੈਨੂੰ ਸਿੱਠੀ ਤੋਂ ਪੈਦਾ ਕਰਕੇ ਮਿਲਿਆ, ਜਿਹਨੇ ਮੈਨੂੰ ਪੈਦਾ ਕਰਕੇ ਭੇਜਿਆ। ਲੇਕਿਨ ਹਰ ਪੀਰ ਪਕੰਬਰ, ਹਰ ਵੇਦ ਗ੍ਰੰਥ ਦਾ, ਹਰ ਕੀੜੀ ਤੋਂ ਲੈ ਕੇ ਹੱਥ ਤੱਕ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਵਿੱਚ ਉਸ ਦਾ ਅਕਾਲ ਪੁਰਖ ਦਾ ਹੀ ਰੂਪ ਦੇਖੂੰਗਾ। ਲੇਕਿਨ ਜੇਕਰ ਗਊ ਦੀ ਸੇਵਾ ਕਰਨੀ ਬਿਨਾਂ ਲਾਲਚ ਦੇ ਕਰਿਆ, ਉਹਦਾ ਦੁੱਧ ਨਾ ਚੋਣ ਦੀ ਤੱਕ ਹੈ, ਮਤ ਗੱਲ ਇਹ ਕਿ ਉਹਦਾ ਬੱਛੂ ਵੇਚਣ ਦੀ ਨਾ ਕਰਿਆ, ਬਿਨਾਂ ਲੋਭ ਲਾਲਚ ਦੇ ਦੁੱਧ ਕਰਕੇ ਤਾਂ ਹਰ ਕੋਈ ਸੇਵਾ ਕਰਦਾ, ਲੇਕਿਨ ਬਿਨਾਂ ਲਾਲਚ ਤੋਂ ਸੇਵਾ ਕਰਿਆ। ਲੇਕਿਨ ਪੀਰ ਪਕੰਬਰ ਵੀ ਇੱਥੋਂ ਆ ਕੇ ਤੁਰ ਗਏ, ਬੰਦੇ ਨਾਲ ਬੈਠਾ ਜਾਣ। ਜੇਕਰ ਕੋਈ ਮਹਾਂਪੁਰਸ਼ ਕਹੇ, ਗੱਲਾਂ ਨਾਲ ਕਹੇ, ਤੂੰ ਗਊ ਨੂੰ ਪੇੜਾ ਦੇ, ਤੂੰ ਚਾਰਾ ਪਦਿਆ, ਕਦੇ ਆਪ ਨਾ ਹੱਥੀਂ ਕਰਿਆ, ਉਹ ਵੀ ਸੇਵਾ ਨਹੀਂ ਹੈ। ਲੇਕਿਨ ਗਊ ਦੀ ਸੇਵਾ ਦਾ ਪੀਰਾਂ ਪਕੰਬਰਾਂ ਨੇ ਕਰੀ, ਗਰੀਬ ਦੀ। ਔਰ ਗਊ ਦੀ ਸੇਵਾ ਹੀ ਤੋਂ ਨਾ ਕੋਈ ਵੱਡਾ ਧਰਮ ਹੈ, ਨਾ ਕੋਈ ਦਾਨ ਹੈ। ਲੇਕਿਨ ਜੋ ਸੇਵਾ ਵਿੱਚ ਨਜ਼ਾਰਾ, ਬਾਕੀ ਕਿਸੇ ਚੀਜ਼ 'ਚ ਨਜ਼ਾਰਾ ਨਹੀਂ। ਜਿਹੜੀ ਗਊ ਦੀ ਸੇਵਾ ਹੱਥੀਂ ਕਰਨ ਦੇ ਨਾਲ, ਜਿਹੜੀ ਆਪਣੀ ਹੱਥੀਂ ਮਹਾਂਪੁਰਸ਼ ਕੋਈ ਵੀ ਕਰਦਾ, ਫਿਰ ਉਹ ਲੋਕਾਂ ਨੂੰ ਆਚਾਰਨ ਕਰਦਾ ਵੀ ਭਾਈ ਤੁਸੀਂ ਸੇਵਾ ਕਰੋ। ਅਸਲ ਉਹੀ ਸੇਵਾ ਹੈ। ਲੇਕਿਨ ਇਹ ਤਾਂ ਮਹਾਂਪੁਰਸ਼ ਵੀ ਇਸ ਧਰਤੀ ਤੋਂ ਕਹਿੰਦਾ, ਪੀਰ ਪਕੰਬਰ ਇੱਥੋਂ ਤੁਰ ਗਏ ਤੈਂ ਕਿਹੜਾ ਬੈਠਾ ਰਹਿਣਾ, ਪੀਰ ਪਕੰਬਰ ਇੱਥੋਂ ਤੁਰ ਗਏ ਤੈਂ ਕਿਹੜਾ ਬੈਠਾ ਰਹਿਣਾ। ਉਹ ਗਊ ਗਰੀਬ ਦੀ ਸੇਵਾ ਕਰ ਲੈ, ਗਊ ਗਰੀਬ ਦੀ ਸੇਵਾ ਕਰ ਲੈ, ਅੰਤ ਸਮੇਂ ਕਮੇ ਆਉਣਾ ਹੋਏ ਤੈਂ ਕਿਹੜਾ ਬੈਠਾ ਰਹਿਣਾ, ਬੰਦਿਆ ਤੈਂ ਕਿਹੜਾ ਬੈਠਾ ਰਹਿਣਾ। ਬੰਦੇ ਨੇ ਰਹਿਣਾ ਸਦਾ ਬੈਠਾ? ਬਿਲਕੁਲ ਨਹੀਂ। ਲੇਕਿਨ ਜਿਹੜਾ ਮਹਾਂਪੁਰਸ਼ ਕਹਾਵੇ, ਹੱਥੀਂ ਕਿਰਤ ਕਰਕੇ ਦਿਖਾਵੇ, ਉਹੀ ਮਹਾਂਪੁਰਸ਼ ਹੈ, ਉਹੀ ਰਹਿਬਰ ਹੈ। ਨਹੀਂ ਨਾ ਉਹ ਰਹਿਬਰ ਹੈ, ਨਾ ਮਹਾਂਪੁਰਸ਼ ਹੈ। ਬਾਬਾ ਜੀ ਅਸੀਂ ਇੱਕ ਇਸ ਡਾਕੂਮੈਂਟਰੀ ਜਦੋਂ ਕੰਮ ਕਰ ਰਹੇ ਹਾਂ ਤਾਂ ਇੱਕ ਚੀਜ਼ ਅਸੀਂ ਦੇਖੀ ਹੈ ਵੀ ਇੱਕ ਸਾਹ ਨਾਲ ਜਿਹੜਾ ਉਹ ਕਿਸ ਤਰੀਕੇ ਨਾਲ ਗੱਡੀ ਦੇ ਵਿੱਚ ਕਿਸੇ ਬੰਦਿਆਂ ਨੇ ਲਿਆਂਦਾ, ਜਾਂ ਕਿਵੇਂ ਤੁਸੀਂ ਛੁਡਾਇਆ, ਉਹ ਗੱਲ ਕੀ ਹੈ ਅਸਲ ਵਿੱਚ? ਗੱਲ ਇਹ ਕਿ ਜਿਹੜਾ ਸਾਹ ਨਾਲ ਗੱਡੀ ਵਿੱਚ ਲੈਂਦਾ ਹੈ, ਮਤਲਬ ਸਾਹ ਬਾਹਰੋਂ ਸਾਨੂੰ ਕਿਸੇ ਸੇਵਾਦਾਰ ਨੇ ਦੱਸਿਆ ਕਿ ਵੀ ਮਤਲਬ ਕਿਸਾਨ ਹੈ, ਉਹਦੇ ਨਾਲ ਮਤਲਬ ਟਰੈਕਟਰ ਮਾਰ ਕੇ ਜਾਂ ਕੋਈ ਵੀ ਚੀਜ਼ ਮਾਰ ਕੇ 3-4 ਥਾਂ ਤੇ ਲੱਤਾਂ ਤੋੜਤੀਆਂ। ਮਤਲਬ ਲੇਕਿਨ ਉਹਦੀ ਹਸਪੀਟਲ ਨਾ ਪਾਣੀ, ਨਾ ਉਹਨੂੰ ਪੁੱਛਦਾ ਕੋਈ ਕਿ ਘਾਹ ਪਾ ਰਿਹਾ, ਮਤਲਬ ਬੁਰਾ ਹਾਲ ਰੁਲ ਰਿਹਾ।
ਆਖਰਕਾਰ ਤੁਸੀਂ ਗਊ ਦੀ ਸੇਵਾ ਉਸ ਵੇਲੇ ਭਾਈ ਮੈਂ 1800 ਰੁਪਏ ਦੇ ਕੇ ਨਾ ਗੱਡੀ ਵਾਲੇ ਇਨਸਾਨ ਉਰੇ ਮੰਗਾਇਆ, ਲੇਕਿਨ ਅੱਗੇ ਇਹਦਾ ਆਪਰੇਸ਼ਨ ਹੋ ਰਿਹਾ, ਮਤਲਬ ਲੱਗਦਾ ਇਹਦੇ ਹੱਡੀਆਂ ਦਾ, ਆਪਣੇ ਡਾਕਟਰਾਂ ਦੀ ਟੀਮ ਆਈ ਵੀ ਦਾ ਆਪਰੇਸ਼ਨ ਕਰਾ ਰਹੇ ਆ। ਲੇਕਿਨ ਅਸੀਂ ਕਹਿੰਦੇ ਗਊ ਦੀ ਸੇਵਾ, ਜਿਹੜੀ ਗਊ ਦੀ ਸੇਵਾ ਸਭ ਤੋਂ ਉੱਤਮ ਚੀਜ਼ ਹੈ। ਪਰ ਲੇਕਿਨ ਇਹ ਗਊਆਂ ਅੱਜ ਦੇ ਯੁੱਗ ਦੇ ਵਿੱਚ ਕਿ ਅਸੀਂ ਕਹਿੰਦੇ ਗਊ ਦੀ ਸੇਵਾ ਸਭ ਤੋਂ ਉੱਤਮ ਹੈ, ਗਊਆਂ ਕਿਉਂ ਰੁੜ ਰਹੀਆਂ, ਲੇਕਿਨ ਗਊ ਮਾੜੀ ਨਹੀਂ, ਜਿਹੜੇ ਦੁੱਧ ਪੀਆ ਛੱਡਦੇ ਬੰਦੇ ਉਹ ਮਾੜੇ ਆ। ਪਰ ਜੇਕਰ ਸਾਡੇ ਇਸ ਸੰਸਾਰ ਦੇ ਜੀਵ ਜਿਹੜੇ ਮਨ ਸੋਚਣ ਵੀ ਜੇ ਸਾਡਾ ਗਊ ਧਰਮ ਹੈ ਜਾਂ ਗਊ ਨੂੰ ਮੰਨਦੇ ਆ, ਤਹਿ ਦਿਲ ਤੇ ਜੇਕਰ ਇੱਕ ਬੰਦਾ ਇੱਕ ਗਊ ਘਰ ਵਿੱਚ ਬੰਨ੍ਹ ਕੇ ਘਾਹ ਪਾਵੇ ਨਾ, ਗਊਸ਼ਾਲਾ ਵਿੱਚ ਗਊ ਵੀ ਨਹੀਂ ਮਿਲਣੀ, ਲੇਕਿਨ ਸੜਕਾਂ ਵਿੱਚ ਵੀ ਗਊ ਤੁਹਾਨੂੰ ਵਿਹਲੀ ਕੋਈ ਰੁਲਦੀ ਨਹੀਂ ਮਿਲੂਗੀ। ਲੇਕਿਨ ਮੈਂ ਗੱਲਾਂ ਕਰਕੇ ਨਹੀਂ, ਲੇਕਿਨ ਗਊ ਦੀ ਸੇਵਾ ਉੱਤਮ ਹੈ। ਲੇਕਿਨ ਗੱਲ ਹੈ ਕਿ ਇੱਕ ਗਊ ਦੀ ਸੇਵਾ ਕਰਨੀ ਉੱਤਮ ਹੈ, ਪਰ ਗੱਲਾਂ ਕਰਕੇ ਨਹੀਂ ਸਾਰੇ। ਲੇਕਿਨ ਲੱਖਾਂ ਰੁਪਈਆ ਜਿਹੜਾ ਮੈਂ ਇਹਨਾਂ ਗਊਆਂ ਚਕਾ ਕੇ ਬਾਹਰੋਂ ਲਿਆ ਕੇ ਡਾਕਟਰ ਦੇ ਟੀਮਾਂ ਲਵਾ ਲਗਾ ਇਲਾਜ ਕਰਾਏ, ਕਈ ਗਊਆਂ ਦਾ ਮੌਤ ਦੇ ਘਾਟ ਵੀ ਉਤਰੀਆਂ, ਕਈ ਗਊਆਂ ਜਿਹੜੀਆਂ ਸਹੀ ਸਲਾਮਤ ਸਹੀ ਹੋ ਗਈਆਂ। ਪਰ ਲੇਕਿਨ ਮੈਂ ਕੋਈ ਵੀ ਪੈਸਾ ਲਾਇਆ ਜਿੱਦਾਂ ਜੰਗਲੀ ਜਾਨਵਰਾਂ ਨੂੰ ਗਰਨੇਡ ਰੱਖੇ, ਬਸ ਜਾਨਵਰ ਮਾਰੇ, ਨਾਲ ਗਊਆਂ ਵੀ ਕਾਫੀ ਮਰ ਗਈਆਂ। ਆਖਿਰਕਾਰ ਹੈਗਾ ਜੋ ਵੀ ਮੈਂ ਪੈਸਾ ਗਊਆਂ ਤੇ ਲਾ ਰਿਹਾ ਜਾਂ ਚਾਰਾ ਪਾ ਰਿਹਾ, ਜਿਸ ਅਕਾਲ ਪੁਰਖ ਨੇ ਮੈਨੂੰ ਪੈਦਾ ਕਰਕੇ ਭੇਜਿਆ, ਲੇਕਿਨ ਉਹਦਾ ਦਿੱਤਾ ਲਾ ਰਿਹਾ, ਮੈਂ ਆਪਣੇ ਕੋਲ ਤੇ ਕੁਛ ਨਹੀਂ ਲਾ ਰਿਹਾ। ਪਰ ਗੱਲਾਂ ਨਾਲ ਨਹੀਂ, ਮੈਂ ਸਾਰੇ ਮੈਂ ਕਰਿਆ ਔਰ ਕਰ ਰਿਹਾ ਹਾਂ। ਬਾਬਾ ਜੀ, ਇੱਕ ਤੁਸੀਂ ਰਾਸ਼ਨ ਆ ਜਿਹੜਾ ਇਕੱਠਾ ਸਾਰਾ ਰਲਾ ਰਹੇ ਆ, ਇਹ ਕਿਸ ਚੀਜ਼ ਲਈ ਹੈ? ਗੱਲ ਇਹ ਕਿ ਵੀ ਇਸ ਧਰਤੀ ਦੇ ਉੱਪਰ ਰਾਸ਼ਨ ਜਿਹੜਾ ਰਲਾ ਰਹੇ ਆ, ਇਹ ਜੰਗਲੀ ਗਊਆਂ ਵਾਸਤੇ, ਬੰਦਿਆਂ ਵਾਸਤੇ, ਪੰਛੀਆਂ ਵਾਸਤੇ, ਹਰ ਕਿਸਮ ਦੇ ਜਾਨਵਰ ਵਾਸਤੇ। ਜੰਗਲਾਂ ਨੂੰ ਟਰੈਕਟਰਾਂ ਦੇ ਵਿੱਚ ਰਾਸ਼ਨ ਜਾ ਰਿਹਾ, ਲੇਕਿਨ ਬੰਦਿਆਂ ਵਾਸਤੇ ਇੱਥੇ 24 ਘੰਟੇ ਅੱਡ ਲੰਗਰ ਚੱਲ ਰਹੇ ਆ, ਲੇਕਿਨ ਜਾਨਵਰਾਂ ਵਾਸਤੇ ਅੱਡ ਰਾਸ਼ਨ ਮਿਲ ਜਾ ਰਿਹਾ। ਲੇਕਿਨ ਇਨਸਾਨ ਉਹੀ ਮਹਾਪੁਰਸ਼ ਹੈ, ਕਿਉਂ ਇਸ ਧਰਤੀ ਤੋਂ ਬੜੇ ਇੱਥੋਂ ਮਾਇਆ ਧਾਰੀ ਉਹ ਵੀ ਤੁਰ ਗਏ, ਜਿਨ੍ਹਾਂ ਕੋਲ ਮਾਇਆ ਬਹੁਤ ਹੀ ਮੌਤ ਉਹਨਾਂ ਕੋਲ ਤੇ ਵੀ ਟਾਲੀ ਨਹੀਂ ਗਈ। ਲੇਕਿਨ ਆਖਰ ਜਿਹੜਾ ਇਨਸਾਨ ਕਰਮ ਕਰਦਾ ਉਹਨੂੰ ਉਸ ਕਰਮ ਦਾ ਫਲ ਮਿਲਦਾ ਹੈ। ਜੰਗਲਾਂ 'ਚ ਰਾਸ਼ਨ ਹਜ਼ਾਰਾਂ ਹੀ, ਸਾਡੀ ਪ੍ਰੇਰਨਾ ਵੀ ਇਹੀ ਹੈ ਸੰਗਤ ਨੂੰ ਵੀ ਜਿੰਨਾ ਵੀ ਰਾਸ਼ਨ ਵੱਧ ਤੋਂ ਵੱਧ ਜੰਗਲਾਂ 'ਚ ਗਊਆਂ ਦੀ ਸੇਵਾ ਕਰੋ, ਪੰਛੀਆਂ ਦੀ ਸੇਵਾ ਕਰੋ, ਲੇਕਿਨ ਬੰਦਾਂ ਦੇ ਲੰਗਰ ਲਾਓ। ਬੰਦੇ ਜਿੱਥੇ ਬੰਦਿਆਂ ਵਾਸਤੇ ਵੀ ਲੰਗਰ ਚੱਲ ਰਹੇ ਆ, ਲੇਕਿਨ ਇੱਥੇ ਜੀਬਾਂ ਵਾਸਤੇ ਵੀ ਮਤਲਬ ਹਜ਼ਾਰਾਂ ਹੀ ਬੋਰੀ, ਸੈਂਕੜੇ ਬੋਰੀ ਜਿਹੜੀ ਜੰਗਲਾਂ ਟਰੈਕਟਰਾਂ ਰਾਹੀਂ ਸਪਲਾਈ ਹੋ ਰਹੀ ਜਾ ਰਹੀ। ਵੀ ਕੋਈ ਇਹ ਜੋ ਵੀ ਮੈਂ ਕਰ ਰਿਹਾ ਪਰਮਾਤਮਾ ਨੇ ਦਿੱਤਾ ਰਾਸ਼ਨ ਪਾ ਰਿਹਾ, ਲੇਕਿਨ ਮੈਂ ਆਪਣੇ ਕੋਲ ਤੇ ਕੁਛ ਨਹੀਂ ਕਰ ਰਿਹਾ। ਹੋ ਸਕਦਾ ਉਹ ਜੀਬਾਂ ਦੇ ਜਿਹਦੇ ਲੰਗਰ ਇੱਥੇ ਚੱਲਦਾ ਹੋਵੇ, ਹੋ ਸਕਦਾ ਜੀ ਗਊਆਂ ਦੇ ਜਿਹਦੇ ਲੰਗਰ ਚੱਲਦਾ ਹੋਵੇ, ਹੋ ਜਾ ਰਿਹਾ ਸੰਗਤ ਦੇ ਜਿਹਦੇ ਲੰਗਰ ਚੱਲਦਾ ਹੋਵੇ। ਇਸ ਕਰਕੇ ਜੀਬਾਂ ਦਾ ਸਾਨੂੰ ਆਪਣੇ ਆਪ ਦਾ ਫਿਕਰ ਹੈ, ਜਿਸ ਮਾਲਕ ਨੇ ਮੈਨੂੰ ਪੈਦਾ ਕਰਕੇ ਭੇਜਿਆ ਉਹਨੂੰ ਕੁੱਲ ਜੀਬਾਂ ਦਾ ਫਿਕਰ ਹੈ। ਬਾਬਾ ਜੀ, ਜੰਗਲ ਦੇ ਵਿੱਚ ਜੇ ਦੇਖੀਏ ਬੋੜੀਆਂ ਬਹੁਤ ਸਾਰੀਆਂ ਬਣਾਈਆਂ, ਤੁਸੀਂ ਤਲਾਅ ਬਹੁਤ ਸਾਰੇ ਬਣਾਏ ਆ, ਇੰਨਾ ਪੈਸਾ ਲਾਇਆ, ਇਹ ਕਿਸ ਚੀਜ਼ ਲਈ ਹੈ, ਕਿਉਂ ਲਾਇਆ ਇੰਨਾ ਪੈਸਾ? ਗੱਲ ਇਹ ਕਿ ਵੀ ਆਪਣੇ ਲਈ ਤਾਂ ਹਰ ਇਨਸਾਨ ਕਰਦਾ, ਲੇਕਿਨ ਦੇਖੋ ਤੁਸੀਂ ਆਪਣੇ ਲਈ ਹਰ ਕੋਈ ਇਨਸਾਨ ਕਰਦਾ, ਲੇਕਿਨ ਕਿਸੇ ਲਈ ਕੋਈ ਕਰਦਾ। ਇਹ ਜਿਹੜੀ ਬੋੜੀ ਸਾਹਿਬ ਬਣਾਈ ਹੈ, ਬੋੜੀ ਸੰਗਤ ਦੇ ਪਾਣੀ ਪੀਣ ਲਈ ਬਣਾਈ, ਤਾਂ ਪਾਣੀ ਉਤਰ ਗਿਆ ਤਾਂ, ਲੇਕਿਨ ਪਾਣੀ ਪੀਣ ਨੂੰ ਨਹੀਂ ਤਾਂ ਮਿਲਦਾ। ਸੇਵਾਦਾਰ ਇਕੱਠੇ ਹੋ ਕੇ ਆਏ ਵੀ ਮੈਂ ਤੁਸੀਂ ਇੱਥੇ ਬੋੜੀ ਬਣਾਓ। ਕੁਦਰਤ ਦਾ ਹੀ ਫਰਮਾਨ ਹੋਇਆ ਵੀ ਇੱਥੇ ਬੋੜੀ ਸਾਹਿਬ ਨਾਲ 170 ਫੁੱਟ ਤੇ ਪਾਣੀ ਹੈ, ਇਹ 7 ਫੁੱਟ ਦਾ ਭਰਤਾ, ਇਹ 1.25 ਫੁੱਟ ਤੇ ਪਾਣੀ ਆਇਆ ਵਾ। ਜਿਹਦੋਂ ਇਸ ਪਾਣੀ ਨਾਲ ਬਿਲਡਿੰਗਾਂ ਬਣ ਰਹੀਆਂ ਕਿ ਤਲਾਵਾਂ ਦੀ ਗੱਲ ਰਹਿ ਗਈ। ਲੇਕਿਨ ਗੱਲ ਇਹ ਕਿ ਇੱਕ ਵੀ ਤਲਾਅ ਜਿਹੜੇ ਜੰਗਲਾਂ ਦੇ ਵਿੱਚ ਕਿੰਨੇ ਸਾਲ ਇਹਨਾਂ ਤਲਾਵਾਂ ਨੂੰ ਤਲਾਵਾਂ ਨੂੰ ਬਣਨ ਨੂੰ ਲੱਗੇ, ਲੇਕਿਨ ਇਹ ਤਲਾਅ ਗਊਆਂ ਵਾਸਤੇ ਤਲਾਅ ਬਣਾਏ ਆ, ਪਾਣੀ ਪੀਣ ਵਾਸਤੇ। ਪੰਛੀ ਵੀ ਤਲਾਅ ਪਾਣੀ ਪੀ ਸਕਦਾ, ਲੇਕਿਨ ਗਊਆਂ ਵੀ ਪਾਣੀ ਪੀ ਸਕਦੀਆਂ, ਬੰਦੇ ਵੀ ਪਾਣੀ ਪੀ ਸਕਦੇ। ਇਹਨੂੰ ਫਲਦਾਰ ਜੰਗਲਾਂ 'ਚ ਬਾਗ ਲਵਾਏ ਵੇ। ਲੇਕਿਨ ਗੱਲ ਹੈ ਕਿ ਵੀ ਜਿਹੜਾ ਫਲਦਾਰ ਬੂਟਾ ਲਾਉਣਾ ਆਪਣੇ ਲਈ ਹਰ ਕੋਈ ਕਰਦਾ, ਕਿਸੇ ਲਈ ਲੇਕਿਨ ਕੋਈ ਕਰਦਾ, ਲੇਕਿਨ ਫਲਦਾਰ ਬੂਟੇ ਲਵਾਉਣੇ, ਜੰਗਲਾਂ 'ਚ ਤਲਾਅ ਘਟਾਣੇ, ਪਾਣੀ ਦੇ ਬੋੜੀਆਂ ਬਣਵਾਉਣੀਆਂ, ਰਾਸ਼ਨ ਪਾਣਾ, ਇਹਦੇ ਵੱਡਾ ਨਾ ਕੋਈ ਧਰਮ ਹੈ, ਕੋਈ ਨਾ ਦਾਨ ਹੈ। ਪਰ ਇਹ ਕੌਣ ਕਰਾ ਰਿਹਾ? ਉਹ ਅਕਾਲ ਪੁਰਖ ਕਰਾ ਰਿਹਾ, ਜਿਸ ਨੇ ਮੈਨੂੰ ਪੈਦਾ ਕਰਕੇ ਘੱਲਿਆ। ਜੇ ਉਹ ਮੈਨੂੰ ਅਕਾਲ ਪੁਰਖ ਨਾ ਮਿਲਦਾ, ਅਸਲੀ ਅਕਾਲ ਪੁਰਖ ਨਾ ਮਿਲਦਾ, ਤਾਂ ਮੈਂ ਇਹੋ ਜਿਹੇ ਕਰਮ ਕਿੱਥੇ ਕਰਾਣੇ ਤੇ? ਮੈਂ ਤਾਂ ਆਪਣੇ ਆਪ ਬਾਤਾਂ ਸੋਚਣ ਦਾ, ਮੈਂ ਕਿਸੇ ਬਾਰੇ ਕਿਆ ਸੋਚਣ ਦਾ। ਪਰ ਮਹਾਪੁਰਸ਼ ਉਹੀ ਹੈ ਜਿਹੜਾ ਹੱਥੀਂ ਕਿਰਤ ਕਰਕੇ ਦਿਖਾਵੇ, ਪਹਿਲਾਂ ਆਪ ਹੱਥੀਂ ਕਰੇ ਫਿਰ ਦੂਏ ਨੂੰ ਕਹੇ। ਜੇਕਰ ਉਹ ਹੱਥੀਂ ਨਹੀਂ ਕਰਦਾ, ਉਹਦਾ ਅਧਿਕਾਰ ਨਹੀਂ ਉਹਨੂੰ ਦੂਸਰੇ ਨੂੰ ਕਹਿਣ ਦਾ। ਪਰ ਆਖਰ ਗੱਲਾਂ ਦਾ ਹਰ ਕੋਈ ਕਰਦਾ, ਪਰ ਗੱਲਾਂ ਕਰਨੀਆਂ ਸੌਖੀਆਂ, ਪਰ ਕੰਮ ਕਰਨੇ ਜਿਹੜੇ ਬੜੇ ਔਖੇ ਆ। ਪਰ ਜਿਹੜਾ ਤਲਾਅ ਸਾਹਮਣੇ ਢਾਤਾ, ਇੱਥੇ ਘੱਟ ਤੇ ਘੱਟ ਲੱਖਾਂ ਰੁਪਈਆ ਤਲਾਅ ਦੇ ਉੱਪਰ ਲੱਗਿਆ ਕਾਂਡ ਦੇ ਸਮੇਂ 2001 ਨੂੰ। ਲੇਕਿਨ ਤਲਾਅ ਇੱਥੇ ਗਊਆਂ ਸੈਂਕੜੇ ਗਊਆਂ ਜੰਗਲ ਦੇ ਪਾਣੀ ਪੀਣ ਆਉਂਦੀਆਂ, ਇੱਥੇ ਬਾਗ ਨਾਲ ਬਾਗ ਜਾ ਕੇ ਬੈਠਣਾ, ਪਾਣੀ ਪੀਣਾ। ਫਿਰ ਇਹ ਤਲਾਅ ਜਿਹੜਾ ਢੋਇਆ ਗਿਆ, ਸ਼ਰਾਰਤੀ ਬੰਦੇ ਨੇ ਤਲਾਅ ਢੋਆਤਾ, ਸਾਡੇ ਦੇ ਝੂਠੇ ਮੁਕੱਦਮੇ ਦਰਜ ਹੋ ਗਏ। ਇਹ ਤਲਾਅ ਸ਼ਰਾਰਤੀ ਬੰਦੇ ਨੇ ਢੋਆਤਾ, ਲੇਕਿਨ ਇੱਥੋਂ ਤੋਂ ਗਊਆਂ ਫਿਰ ਜਿਹੜੀਆਂ ਉਦਾਸੀਆਂ, ਸੈਂਕੜੇ ਗਊਆਂ ਜਿਹੜੀਆਂ ਉਦਾਸ ਦੇ ਵਿੱਚ ਆ ਕੇ ਪਿਆਸੀਆਂ, ਫਿਰ ਇੱਥੋਂ ਮੁੜ ਕੇ ਗਈਆਂ, ਫਿਰ ਜੰਗਲ ਵਿੱਚ ਅੱਗੇ ਫਿਰ ਹੋਰ ਤਲਾਅ ਕਢਵਾਇਆ ਫਿਰ ਇਹਨਾਂ ਦੀ ਜਗ੍ਹਾ। ਲੇਕਿਨ ਜਿਹੜਾ ਇਹ ਬੰਦੇ ਦਾ ਇੱਕ ਤਾਂ ਮਨ ਨੀਵਾਂ ਰਹਿੰਦਾ, ਜੂਆ ਹਰ ਧਰਮ ਵਿੱਚ, ਹਰ ਵੇਦ ਗ੍ਰੰਥ ਵਿੱਚ, ਹਰ ਪੀਰ ਪੰਗੰਬਰ ਵਿੱਚ, ਹਰ ਇਨਸਾਨ ਵਿੱਚ ਕਿਸੇ ਧਰਮ ਨਹੀਂ ਮੰਨਦਾ। ਸਭਨਾਂ ਵਿੱਚ ਉਹਨੂੰ ਇੱਕੋ ਹੀ ਰੱਬ ਦਿਖਦਾ, ਜਿਹਦੇ ਉਹ ਇੱਕੋ ਰੱਬ ਦਿਖਦਾ ਜਿਹੜਾ ਕੀੜੀ ਤੋਂ ਲੈ ਕੇ ਹੱਥ ਤੱਕ, ਬੱਚੋਂ ਲੈ ਕੇ ਬਜ਼ੁਰਗ ਤੱਕ, ਜਿਹੜਾ ਸਭ ਦੇ ਵਿੱਚ ਇੱਕ ਪਰਮਾਤਮਾ ਦੇਖਦਾ। ਉਹ ਇਨਸਾਨ ਕਦੇ ਘਾਟਾ ਨਹੀਂ ਸਕਦਾ। ਜਿਹੜੀ ਸੇਵਾ ਹੈ, ਜ਼ੁਲਮ ਹੈ, ਧਰਮ ਹੈ, ਲੇਕਿਨ ਇਨਸਾਨ ਧਰਮ ਕਰਨਾ ਚਾਹੀਦਾ, ਜ਼ੁਲਮ ਨਹੀਂ ਕਰਨਾ ਚਾਹੀਦਾ। ਇਨਸਾਨ ਨੂੰ ਕਿਸੇ ਦੀ ਨਿੰਦਿਆ ਸੁਣ ਕੇ ਕਿਸੇ ਵੇਦ ਗ੍ਰੰਥ ਦਾ, ਕਿਸੇ ਧਰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਕਿਉਂ ਬਾਰ-ਬਾਰ ਇਸ ਧਰਤੀ ਤੇ ਨਹੀਂ ਆਣਾ। ਇਸ ਸੇਵਾ ਦੇ ਉੱਪਰ ਨਾ ਕੋਈ ਵੱਡਾ ਧਰਮ ਹੈ, ਨਾ ਕੋਈ ਵੱਡਾ ਦਾਨ ਹੈ। ਬਾਬਾ ਜੀ, ਜਿਹੜਾ ਇਹ ਰਾਸ਼ਨ ਅੱਜ ਦੇਖ ਰਹੇ ਅਸੀਂ ਵੀ ਮੱਛੀਆਂ ਨੂੰ ਤੁਸੀਂ ਪਾ ਰਹੇ ਆ ਤਲਾਅ ਦੇ ਵਿੱਚ, ਭਰ ਕੇ ਪਾ ਰਹੇ ਆ, ਜਿੰਨਾ ਹੈ ਤੁਹਾਡੇ ਕੋਲ ਅਕਸਰ ਤੁਸੀਂ ਇਦਾਂ ਹੀ ਕਰਦੇ ਆ। ਇਹਦੇ ਬਾਰੇ ਗੱਲ ਹੈ ਕਿ ਇੱਦਾਂ ਜਿਹੜਾ ਅਸੀਂ ਮੱਛੀਆਂ ਨੂੰ ਰਾਸ਼ਨ ਪਾ ਰਹੇ ਆ ਨਾ, ਜੰਗਲਾਂ ਦੇ ਜੀਬਾਂ 'ਚ ਰਾਸ਼ਨ ਪਾਣਾ ਡੇਲੀ ਮੇਰਾ ਪਾਰਨਾ ਹੈ। ਕਿ ਲੇਕਿਨ ਸਵੇਰ ਨੂੰ ਉੱਠ ਕੇ ਮੈਂ ਚਾਹ ਜਦ ਪੀਣੀ, ਜੇ ਮੈਂ ਨੰਗੇ ਪੈਰੀ ਪਹਿਲਾਂ ਪੰਛੀਆਂ ਨੂੰ ਰਾਸ਼ਨ ਪਾਣਾ,
24 ਘੰਟੇ ਉੱਥੇ ਮਤਲਬ ਜਗ੍ਹਾ ਤੇ ਕੋਠੀ ਲੰਗਰ ਚੱਲਦੇ ਆ, ਜਾਨਵਰਾਂ ਵਾਸਤੇ ਰੋਜ਼ ਅੱਡ ਰਾਸ਼ਨ ਪਾਣਾ, ਫਿਰ ਚਾਹ ਪੀਣੀ। ਲੇਕਿਨ ਇਹ ਜਿਹੜਾ ਮੱਛੀਆਂ ਨੂੰ ਵੀ ਰਾਸ਼ਨ ਪਾਣਾ, ਇਹ ਵੀ ਪ੍ਰਮਾਤਮਾ ਦੀ ਜੀਵ ਹੈ। ਇਹਦਾ ਮਤਲਬ ਮੱਛੀਆਂ ਨੂੰ ਰਾਸ਼ਨ ਪਾਣਾ, ਜੇਕਰ ਜੰਗਲਾਂ ਵਿੱਚ ਤਲਾਬ ਵੀ ਕਢਾਤੇ, ਬੋੜੀ ਬਣਾਤੇ, ਜਿਸ ਜਗ੍ਹਾ ਪਾਣੀ ਨਹੀਂ ਪਹੁੰਚਦਾ ਬੰਦਾ ਨਹੀਂ ਪੁੱਛ ਸਕਦਾ, ਉੱਥੇ ਅਸੀਂ ਘੜਿਆਂ ਦੇ ਨਾਲ ਸੰਗਤ ਦੇ ਨਾਲ ਪਾਣੀ ਪਵਾਉਂਦੇ ਵੀ ਸੇਵਾ ਕਰ ਲਓ। ਜਨਮ ਜਿਹੜਾ ਵਾਰ-ਵਾਰ ਨਹੀਂ ਆਣਾ ਇਸ ਧਰਤੀ ਦੇ, ਇਸ ਕਰਕੇ ਜਿਹੜੀ ਸੇਵਾ ਸਭ ਤੋਂ ਉੱਤਮ ਚੀਜ਼ ਹੈ। ਲੇਕਿਨ ਧਨ ਦੌਲਤ ਪੈਸਾ ਜਾਇਦਾਦ ਮਹਿਲ ਮਕਾਨ ਸਭ ਇੱਥੇ ਹੀ ਰਹਿ ਜਾਣੇ, ਲੇਕਿਨ ਸੇਵਾ ਜਿਹੜੀ ਨਾ, ਸੇਵਾ ਜਿਹੜੀ ਤੇਰੇ ਨਾਲ ਇਨਸਾਨ ਜਾਣੀ, ਸੇਵਾ ਧੋਖਾ ਨਹੀਂ ਦਊਗੀ, ਦੁਨੀਆ ਤੈਨੂੰ ਧੋਖਾ ਦੇ ਸਕਦੀ ਹੈ। ਬਾਬਾ ਜੀ ਜੇ ਆਪਾਂ ਦੇਸ਼ ਦੇ ਸਮੁੱਚੇ ਜਿਹੜੀ ਮਹਾਂਪੁਰਸ਼ਾਂ ਦੀ ਗੱਲ ਕਰੀਏ, ਦੇਸ਼ ਦੇ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਆ, ਉਹ ਵਿਦੇਸ਼ਾਂ ਦੇ ਵਿੱਚ ਜਾਂਦੇ ਆ, ਅਕਸਰ ਵਿਦੇਸ਼ਾਂ ਦੇ ਵਿੱਚ ਮਹਿੰਗੇ ਤੋਂ ਮਹਿੰਗੇ ਦੇਸ਼ਾਂ 'ਚ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਨੇ, ਜਦੋਂ ਕਿ ਤੁਸੀਂ ਨੰਗੇ ਪੈਰੀਂ ਜਿਹੜਾ ਇਹ ਰਾਸ਼ਨ ਆਪਣਾ ਜੰਗਲਾਂ ਦੇ ਵਿੱਚ ਪਾਉਂਦੇ ਆ, ਇਹਦਾ ਅੰਤਰ ਕੀ ਹੈ? ਅੰਤਰ ਹੀ ਤਾਂ ਇਹ ਹੈ, ਗੱਲ ਇੱਕ ਹੈ, ਆਪਣੀ ਆਪਣੀ ਸੋਚ ਹੁੰਦੀ ਇਨਸਾਨ ਦੀ। ਜੋ ਕੋਈ ਮਹਾਂਪੁਰਸ਼ ਆਪਣੀ ਆਪਣੀ ਜਗ੍ਹਾ ਕਿਤੇ, ਚਾਹੇ ਕੋਈ ਬਾਹਰ ਜਾਵੇ, ਚਾਹੇ ਕੋਈ ਅੰਦਰ ਜਾਵੇ, ਕਿਤੇ ਵੀ ਜਾਵੇ, ਦੇਸ਼ ਛੱਡ ਕੇ ਵਿਦੇਸ਼, ਉਹਦੀ ਆਪਣੀ ਸੋਚ ਹੈ, ਸਾਡੀ ਆਪਣੀ ਸੋਚ ਹੈ। ਇਹਦੇ ਬਾਰੇ ਗੱਲ ਹੈ ਕਿ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਮੈਂ ਰਾਸ਼ਨ ਆਪ ਇਹਨਾਂ ਗਰੀਬਾਂ ਨੂੰ ਵੰਡ ਰਿਹਾ, ਮੈਂ ਆਪਣੇ ਕੋਲ ਤੇ ਨਹੀਂ ਵੰਡ ਰਿਹਾ, ਇਸ ਅਕਾਲ ਪੁਰਖ ਦਾ ਦਿੱਤਾ ਬਣ ਰਿਹਾ ਰਾਸ਼ਨ। ਮੇਰੇ ਵਾਸਤੇ ਇਹੀ ਬਾਹਰਲਾ ਮੁਲਕ ਹੈ, ਗਊਆਂ ਦੀ ਸੇਵਾ ਕਰਨੀ, ਗਰੀਬਾਂ ਦੀ ਸੇਵਾ ਕਰਨੀ, ਪੰਛੀਆਂ ਦੀ ਸੇਵਾ ਕਰਨੀ, ਲੇਕਿਨ ਇਹੀ ਮੇਰਾ ਬੈਂਕ ਹੈ, ਇਹੀ ਮੇਰੇ ਵਾਸਤੇ ਬਾਹਰਲਾ ਮੁਲਕ ਹੈ। ਬਾਬਾ ਜੀ ਦੇਖਣ ਦੇ ਵਿੱਚ ਆ ਰਿਹਾ ਹੈ, ਜਦੋਂ ਅਸੀਂ ਸ਼ੂਟ ਕਰ ਰਹੇ ਹਾਂ, ਵੀ ਜਿਹੜੇ ਬਹੁਤ ਸਾਰੇ ਤੁਹਾਡੇ ਕੋਲ ਅਲੱਗ-ਅਲੱਗ ਧਰਮਾਂ ਦੇ ਪੰਡਤ ਖੜੇ ਆ, ਅਲੱਗ-ਅਲੱਗ ਧਰਮਾਂ ਦੇ ਜਿਹੜੇ ਨਿਹੰਗ ਸਿੰਘ ਵੀ ਖੜੇ ਆ, ਜਾਂ ਹੋਰ ਕਈ ਤਰ੍ਹਾਂ ਦੇ ਹੈਗੇ ਆ ਤੁਹਾਡੇ ਕੋਲ, ਹਰ ਵਰਗ ਦਾ, ਹਰ ਧਰਮ ਦਾ ਲੋਕ ਆਇਆ। ਇਹ ਜਿਹੜੀਆਂ ਤੇਲ ਦੀਆਂ ਕੈਨੀਆਂ, ਇਹ ਕਿਆ ਚੀਜ਼ ਆ, ਹੋ ਕੀ ਰਿਹਾ ਹੈ? ਇਹ ਅਸੀਂ ਸਾਲ ਮਗਰ ਤੇ ਗੱਲ ਹੈ ਕਿ ਵੀ ਜਿੰਨਾ ਚਿਰ ਇਨਸਾਨ, ਹਰ ਕੋਈ ਕਹਿੰਦਾ ਵੀ ਜੇ ਆਪਣਾ ਕੋਈ ਸੇਵਾਦਾਰ ਹੋਵੇ, ਕੋਈ ਮਹਾਂਪੁਰਸ਼ ਹੁੰਦਾ, ਉਹਦਾ ਸੇਵਾਦਾਰ ਚੋਰ ਕਰ, ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਕਦੇ ਲੁਕਾਉਣਾ ਨਹੀਂ ਚਾਹੀਦਾ। ਜੇ ਗਲਤ ਉਹਨੂੰ ਗਲਤ ਕਰੋ, ਸਹੀ ਹੈ ਸਹੀ ਕਰੋ, ਚਾਹੇ ਕਿਸੇ ਵੀ ਧਰਮ ਦਾ ਬੰਦਾ ਗਲਤ ਹੈ ਉਹ ਗਲਤ ਕਹੋ, ਜਿਹੜਾ ਸਹੀ ਹੈ ਉਹਨੂੰ ਸਹੀ ਕਹੋ। ਇਹ ਜਿਹੜੇ ਤੇਲ ਮੈਂ ਭਗਵਤ ਗੀਤਾ ਰਮਾਇਣ ਨੂੰ ਮਤ ਜਿਹੜੇ ਰਮਾਲੇ ਭੇਜ ਰਿਹਾ, ਨਾਲੇ ਤੇਲ ਧੂਫ ਮੰਦਰਾਂ ਨੂੰ ਭੇਜ ਰਿਹਾ, ਅਤੇ ਗੁਰਦੁਆਰਿਆਂ ਵਾਸਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਰਮਾਲੇ ਭੇਜ ਰਿਹਾ, ਮਤਲਬ ਨਾਲੇ ਤੇਲ ਭੇਜ ਰਿਹਾ। ਜਿਸ ਵੇਲੇ ਸਾਡੇ ਤੇ 2001 ਨੂੰ ਬਾਅਦ ਹੋਇਆ ਤਾਂ, ਉਸ ਵੇਲੇ ਮੈਂ 11ਵੇਂ ਮਹੀਨੇ 'ਚ ਅਖੰਡ ਪਾਠ ਕਰਾਉਣਾ ਤਾਂ, ਲੇਕਿਨ ਉਸ ਵੇਲੇ ਮੈਂ ਅਖੰਡ ਪਾਠ ਨਹੀਂ ਕਰਾ ਸਕਿਆ। ਮੇਰੇ ਦਿਮਾਗ ਵਿੱਚ ਸੋਚਦੀ ਵੀ ਕਿਉਂ ਰਹਿ ਗਿਆ, ਮੈਂ ਜੇਲ੍ਹ ਵਿੱਚ ਜਾ ਕੇ ਭਾਈ ਜੀਤ ਸਿੰਘ ਨੂੰ 3000 ਰੁਪਏ ਦਿੱਤਾ, ਮੈਂ ਤਾਂ ਅਖੰਡ ਪਾਠ ਦੀ ਸੇਵਾ 'ਚ ਪਾ ਦੇ, ਤਾਂ ਕਿ ਮੇਰੇ ਦਿਮਾਗ ਤੇ ਲੋਡ ਨਾ ਹੋਵੇ, ਜਿਹੜਾ ਅਖੰਡ ਉੱਥੇ ਰਹਿ ਗਿਆ ਇੱਥੇ ਹੀ ਪੂਰਾ ਹੋ ਜਾਊਗਾ। ਕਿਉਂਕਿ ਜੇ ਬੰਦਾ ਕਿਸੇ ਵੀ ਧਰਮ ਨੇ, ਲੇਕਿਨ ਧਰਮ ਮਾੜਾ ਨਹੀਂ ਹੋ ਸਕਦਾ, ਵੇਦ ਗ੍ਰੰਥ ਮਾੜਾ ਨਹੀਂ ਹੋ ਸਕਦਾ, ਲੇਕਿਨ ਆਖਿਰਕਾਰ ਧਰਮ ਕੋਈ ਮਾੜਾ ਨਹੀਂ, ਇਨਸਾਨ ਮਾੜਾ ਹੋ ਸਕਦਾ। ਲੇਕਿਨ ਜਿਹੜਾ ਅਸਲੀ ਧਰਮ ਨੂੰ ਮੰਨਦਾ, ਪੂਰੇ ਰੱਬ ਨੂੰ ਮੰਨਦਾ, ਉਹ ਕਦੇ ਧਰਮ ਪਿੱਛੇ ਲੜੂਗਾ ਨਹੀਂ। ਜਿਹੜਾ ਕਿਸੇ ਨੂੰ ਮੰਨਦਾ, ਜੇ ਲੜਾਈ ਹੋਗੀ ਤਾਂ ਪੈਸੇ ਪਿੱਛੇ ਲੜੂਗਾ, ਧਰਮ ਪਿੱਛੇ ਤਾਂ ਕੋਈ ਲੜਦਾ ਹੀ ਨਹੀਂ ਹੈ। ਬਾਬਾ ਜੀ ਇੱਕ ਜਿਹੜੀ ਚੀਜ਼ ਖਾਸ ਦੇਖਣ ਨੂੰ ਆਉਂਦੀ ਹੈ, ਬੜੀ ਸਨਸਨੀਖੇਜ਼ ਚੀਜ਼ ਹੈਗੀ ਹੈ, ਉਹ ਹੈਗੀ ਹੈ ਵੀ ਇੱਕ ਗਊ ਹੈ ਜਿਹੜੀ ਉਹਦੀ ਬਹੁਤ ਜੀਭ ਬਾਹਰ ਨਿਕਲੀ ਹੋਈ ਹੈ, ਉਹ ਕਿਸ ਬਲਾਸਟਿੰਗ ਦੇ ਨਾਲ ਬਾਹਰ ਨਿਕਲੀ ਹੈ? ਗੱਲ ਇਸ ਤਰ੍ਹਾਂ, ਇਹ ਗੱਲ ਹੋਈ ਇਸ ਤਰ੍ਹਾਂ ਵੀ ਜਿਹੜੇ ਲੋਕ ਜੰਗਲਾਂ ਸ਼ਿਕਾਰ ਖੇਡਦੇ ਜਾਂ ਕੋਈ ਵੀ ਚੀਜ਼ ਆ, ਮੈਂ ਬਦਲੇ ਦੀ ਭਾਵਨਾ, ਗਊਆਂ ਕਈ ਬੁੱਚੜਖਾਨੇ ਲੈ ਜਾਂਦੇ ਤੇ ਮੁੱਥੇ ਤੇ ਲਹਿ ਕਢਾ ਕੇ ਉਹਨਾਂ ਕੋਲ ਤੇ ਛਡਾ ਕੇ ਲਿਆ, ਲੇਕਿਨ ਇਹ ਗਊਆਂ ਮਤਲਬ ਕਾਫੀ ਜ਼ਿਆਦਾ ਮੌਤ ਦੇ ਘਾਟ ਵੀ ਕਾਫੀ ਬਚਾਈਆਂ ਵੇ। ਲੇਕਿਨ ਗਊ ਔਰ ਗਰੀਬ ਦੀ ਸੇਵਾ ਸਭ ਤੋਂ ਬੜਾ ਮੇਰਾ ਧਰਮ ਹੈ। ਮੈਂ ਸੋਚੋ ਸੱਭਲ ਤੋਂ ਬਾਅਦ ਇਸ ਪਾਸੇ ਲੱਗਿਆ ਵਾ, ਨਿੱਤ ਹੁਣ ਵੀ ਮੈਂ ਡੇਲੀ ਗਊਆਂ ਦੀ 500-600 ਗਊ ਦੀ ਸੇਵਾ ਕਰਨੀ ਹੈ। ਲੇਕਿਨ ਮੈਨੂੰ ਕੁਛ ਭਾਵੇਂ ਹਨੇਰਾ ਹੋਵੇ, ਕੁਛ ਵੀ ਹੋਵੇ, ਬਾਰਿਸ਼ ਹੋਵੇ, ਤੂਫਾਨ ਹੋਵੇ, ਲੇਕਿਨ ਸੇਵਾ ਕਰਨੀ। ਗਊ ਗਰੀਬ ਦੀ ਸੇਵਾ ਸਭ ਤੋਂ ਉੱਤਮ ਚੀਜ਼ ਹੈ। ਇਹ ਤੋਂ ਨਾ ਕੋਈ ਵੱਡਾ ਧਰਮ ਹੈ, ਨਾ ਕੋਈ ਵੱਡਾ ਧਰਮ, ਲੇਕਿਨ ਗਊਆਂ ਦੀ ਸੇਵਾ ਕਰਦੇ ਨੂੰ, ਇਹਨਾਂ ਗਊਆਂ ਪਿੱਛੇ ਮੈਨੂੰ ਇੰਨਾ ਲੇਕਿਨ ਸੰਘਰਸ਼ ਲੜਨਾ ਪਿਆ, ਲੇਕਿਨ ਇੰਨਾ ਮੇਰੇ ਪਿੱਛੇ ਸੰਘਰਸ਼ ਹੋਇਆ, ਲੋਕਾਂ ਨੇ ਜਾਮ ਵੀ ਲਾਏ। ਲੇਕਿਨ ਜਿਹੜਾ ਕੋਲ ਤੇ ਮੈਂ ਗਊਆਂ ਛਡਾ ਕੇ ਲਿਆ ਤਾਂ, ਲੇਕਿਨ ਜਾਮ ਵੀ ਲਾਏ ਉਹਨਾਂ ਲੋਕਾਂ ਨੇ ਜਿਹਨਾਂ ਕੋਲ ਤੇ ਗਊਆਂ ਛਡਾ ਕੇ ਲਿਆ ਤਾਂ, ਇਲਾਜ ਕਰਾਏ, ਡਾਕਟਰ ਨੇ ਟੀਮਾਂ ਲਿਆ ਲਾ ਕੇ, ਲੇਕਿਨ ਉਹਨਾਂ ਨੇ ਮੇਰੀ ਸੱਚਾਈ ਨੂੰ ਦਬਾਉਣਾ ਚਾਹਿਆ। ਲੇਕਿਨ ਪਰ ਮੈਂ ਗਊਆਂ ਇਸ ਇਲਾਜ ਇੱਥੋਂ ਬੁੱਚੜਖਾਨੇ ਤੋਂ ਜਾਣੀਆਂ ਬੰਦ ਕਰਤੀਆਂ। ਲੇਕਿਨ ਗਊਆਂ ਇਹ ਕੁਛ ਲੋਕਾਂ ਕੋਲ ਜਿਹੜੇ ਬਾਰਛੇ ਮਾਰ ਕੇ ਪਾਣੀ ਉਹ ਛਡਾ ਕੇ ਲਿਆ, ਕੁਛ ਜਿਹੜੇ ਜੰਗਲ 'ਚ ਬਦਲੇ ਸੂਰਾਂ ਦੇ ਸ਼ਿਕਾਰ ਖੇਡਦੇ, ਉਹਨਾਂ ਕੋਲ ਤੇ ਉਹਨਾਂ ਨੇ ਕਹਿ ਕਰੀਆਂ ਉੱਥੇ ਦੇ ਮਤ ਬਚਾਈਆਂ। ਭਲੇ ਕੁਛ ਗਊਆਂ ਮੌਤ ਦੇ ਘਾਟ ਉਤਰ ਗਈਆਂ, ਲੇਕਿਨ ਕੁਛ ਗਊਆਂ ਬਚ ਗਈਆਂ। ਲੇਕਿਨ ਇਹਨਾਂ ਗਊਆਂ ਦੇ ਪਿੱਛੇ, ਧਰਮ ਦੀ ਸੇਵਾ ਪਿੱਛੇ, ਲੇਕਿਨ ਮੈਨੂੰ ਇੱਕ ਇੰਨਾ ਖਮਿਆਨਾ ਭੁਗਤਣਾ ਪਿਆ ਜਿਹੜਾ ਕਿ ਮੈਂ ਬਿਆਨ ਨਹੀਂ ਕਰ ਸਕਦਾ। ਭਾਵੇਂ ਜਿੰਨਾ ਮਰਜ਼ੀ ਘਾਟਾ ਪਵੇ, ਮੈਨੂੰ ਘਾਟੇ ਦੀ ਕੋਈ ਪਰਵਾਹ ਨਹੀਂ, ਪਰ ਮੈਂ ਗਊ ਔਰ ਗਰੀਬ ਦੀ ਸੇਵਾ ਸਦਾ ਲਈ ਕਰਦਾ ਰਹੂੰਗਾ। ਸਾਮਾ ਮੁੱਲ ਲੱਗ ਲਾਵੇ ਹੰਡਿਆ ਫਿਰਨੇ ਪਾਣਾ ਮੇਰਾਰੀ ਸਾਮਾ ਮੁੱਲ ਲਾਵੇ ਵਧੀਆ ਫਿਰਨੇ ਪਾਣਾ ਮੇਰਾਰੀ ਨੀ ਲਾਵੇ ਵਧੀਆ ਫਿਰਨੇ ਪਾਣਾ ਮੇਰਾਰੀ ਸਾਮਾ ਮੁੱਲ ਲਾਵੇ ਵਧੀਆ ਫਿਰਨੇ ਪਾਣਾ ਮੇਰਾਰੀ ਵਾਲੇ ਹੈ ਲਵਾਏ ਜੀਨੇ ਦਰਸ਼ਨ ਪਾ ਲਈਏ ਧਰਤੀ ਤੇ ਆਏ ਅਵਤਾਰ ਨੀ ਸਖੀਓ ਧਰਤੀ ਤੇ ਆਏ ਅਵਤਾਰ। ਧੰਨ ਧੰਨ ਮਹਾਂਤਾਰ ਬਾਬਾ ਪਿਆਰਾ ਸਿੰਘ ਜੀ ਇਹ ਜਿਨ੍ਹਾਂ ਨੇ ਜੰਗਲਾਂ ਵਿੱਚ ਤਲਾਬ ਜੰਗਲੀ ਜਾਨਵਰਾਂ ਲਈ, ਪਸ਼ੂ ਪੰਛੀਆਂ ਲਈ ਆ ਬੂਟੇ ਲਵਾਏ। ਇਹਨਾਂ ਜਿਹੜੇ ਇਹ ਲੋਕ ਹੈ, ਇਹ ਲੋਕਾਂ ਨੇ ਤਾਂ ਬਾਬਾ ਪਿਆਰਾ ਸਿੰਘ ਨੂੰ ਇੰਨਾ ਜਿਹਨਾਂ ਪੁੰਨ ਦਾਨ ਕਰਦੇ ਜਿਹੜੇ ਕੋਈ ਨਹੀਂ ਕਰ ਸਕਦਾ ਇਸ ਧਰਤੀ ਤੇ, ਨਾ ਕਿਸੇ ਨੇ ਕੀਤਾ ਹੀ ਹੈ। ਇਹਨਾਂ ਲੋਕਾਂ ਨੇ ਪੀਰਾਂ ਵਕੀਰਾਂ ਨੂੰ ਨਹੀਂ ਬਖਸ਼ਿਆ, ਇਹਨਾਂ ਮਹਾਰਾਜ ਨੂੰ ਕਿੱਥੇ ਬਖਸ਼ਣਗੇ।
ਧੰਨ ਬਾਬਾ ਪਿਆਰਾ ਸਿੰਘ ਔਰ ਉਹਨਾਂ ਦੀ ਸੰਗਤ ਨੂੰ ਕੋਟ-ਕੋਟ ਪ੍ਰਣਾਮ ਕਰਦਾ, ਜਿਨ੍ਹਾਂ ਨੇ ਇਹੋ ਜਿਹੇ ਧਰਤੀ ਦੇ ਜੀਵ ਪੈਦਾ ਕੀਤੇ। ਔਰ ਇਸ ਮੈਂ ਧਰਤੀ ਨੂੰ ਵੀ ਕੋਟ-ਕੋਟ ਪ੍ਰਣਾਮ ਕਰਦਾ, ਜਿਨ੍ਹਾਂ ਨੇ ਇਹੋ ਜਿਹੇ ਜੀਵ ਪੈਦਾ ਕੀਤੇ। ਔਰ ਇਹੋ ਜਿਹਾ ਨੇਕ ਔਰ ਧਰਮੀ ਕੋਈ ਨਾ ਸੰਸਾਰ ਤੇ ਦੇਖਿਆ ਹੈ ਤੇ ਨਾ ਕੋਈ ਅੱਜ ਤੱਕ ਅਸੀਂ ਸੁਣਿਆ, ਨਾ ਕੋਈ ਦੇਖਿਆ। ਅੱਖੀਂ ਦੇਖਣਾ ਤੇ ਕੰਨੀ ਸੁਣਨਾ ਜ਼ਮੀਨ ਅਸਮਾਨ ਦਾ ਫਰਕ ਹੈ। ਜੋ ਬਾਬਾ ਪਿਆਰਾ ਸਿੰਘ ਤੇ ਇਸ ਦੀ ਸੰਗਤ ਨੇ ਕੰਮ ਕੀਤੇ ਉਹ ਰਹਿੰਦੀ ਦੁਨੀਆ ਤੱਕ ਯਾਦ ਰਹੋਗੇ ਤੇ ਆਉਣ ਵਾਲੇ ਸਮਾਂ ਉਹਨਾਂ ਦੀਆਂ ਧਾਰਨਾ ਬਣੂਗਾ। ਇਹ ਜਿਹੜੇ ਲੋਕ ਹੈ ਨਿੰਦਿਆ ਕਰਦੇ ਆ, ਇਹ ਸਿਰਫ ਬਾਬਾ ਜੀ ਦੀ ਸੱਚਾਈ ਹੈ ਜਿਹੜੀ। ਇਹ ਧਰਮ ਕਲਾ ਦੇ ਵਾਸੀ ਹੈ, ਇਹਨਾਂ ਕੋਲ ਕਲਾ ਹੈ, ਇਹਨਾਂ ਨੂੰ ਸੱਚਾਈ ਨੂੰ ਦਬਾਉਣ ਵਾਸਤੇ ਇਹ ਲੋਕ ਇਹਨਾਂ ਦੀ ਨਿੰਦਿਆ ਕਰਦੇ ਆ। ਇਹਨਾਂ ਦਾ ਕੋਈ ਇਦਾਂ ਦਾ ਰੋਲ ਤਾਂ ਹੈ ਨਹੀਂ ਮਾੜੇ ਕੰਮਾਂ ਦਾ, ਚੰਗੇ ਕੰਮ ਕਰੇ ਅੱਜ ਤੱਕ ਇਹਨਾਂ ਨੇ ਜਿੱਦਣ ਦਾ ਜਨਮ ਲਿਆ। ਕੁਝ ਲੋਕ ਬਾਬਾ ਜੀ ਦੀ ਨਿੰਦਿਆ ਕਰਦੇ ਸਾਰੇ, ਲੇਕਿਨ ਇਕਸਾਰ ਨਹੀਂ ਹੁੰਦੇ। ਕੁਝ ਲੋਕ ਨਿੰਦਿਆ ਕਰਦੇ, ਨਿੰਦਿਆ ਕਰਨ ਵਾਲੇ ਲੋਕ ਘੱਟ ਆ, ਲੇਕਿਨ ਬਾਬਾ ਜੀ ਦੀ ਮਹਿਮਾ प्यारी साध संगत जी, मैं नंबरदार करम सिंह माधोपुरी। बाबा प्यारा सिंह जी ने जो अज तक तलाया कढ़ाए है, बगीचे लगाए है, जंगलों के विच जानवरों को पानी पिलाया है और हजारां मन लखां मन राशन और संसार दे विच सारे जीव जंतुओं को खुश किया है। अज तक और किसी अवतार पीर पैगंबर औलिये ने नहीं किया। चांद रहेगा, गुरु प्यारे का नाम रहेगा, जब तक धरती चांद रहेगा, सदा प्यारा जी का नाम रहेगा, जब तक धरती चांद रहेगा, जब तक प्यारा सिंह जी का नाम रहेगा। बाबा जी तेरे नाम वाली एक माला नहीं परो, हाँ जी रखी बिच संदूक दे जेड़ी मैली कदे ना हो। धन धन महान सतगुर प्यारा सिंह बाबा महाराज दी जय। ओ मैं बल्लेहार तेरे, मैं बल्लेहार तेरे, जंगलां च राशन पाण वालिया, हो डुबे पागतां दे बेड़े बन्ने लाण वालिया। मैं बल्लेहार तेरे, जंगलां च राशन पाण वालिया, हो डुबे पागतां दे बेड़े बन्ने लाण वालिया। मैं बल्लेहार तेरे, पिता तुलसी दे राज दलारिया, माता करमी दे अखियां दे तारिया। ओ पिता तुलसी दे राज दलारिया, माता करमी दे अखियां दे तारिया। आई संगत नूं चरनी लगाण वालिया, आई संगतां नूं चरनी लगाण वालिया, हो डुबे पागतां दे बेड़े बन्ने लाण वालिया। मैं बल्लेहार इस जगह ते ना मतलब बंब रखा था, ये साडी माता पिता की याद में धर्मशाला बनाई। लेकिन असल तो जो माँ बाप होंगे असल गुरु तो यही होंगे, कोई टेकना नहीं मत्था टेकना। असल जो महापुरुष होंगे ਜਿਹੜੇ ਅਸਲ ਗੁਰੂ ਤਾਂ ਦੇਖੋ ਪਹਿਲਾਂ ਮਾਂ ਬਾਪ ਦੀ ਸੇਵਾ ਕਰਨੀ ਸਭ ਤੋਂ ਬੜਾ ਤਾਂ ਇਹੀ ਇਨਸਾਨ ਦਾ ਧਰਮ ਹੈ, ਜਿਹੜੀ ਮਾਂ ਬਾਪ ਦੀ ਯਾਦਗਿਰੀ ਬਣਾਉਣੀ। ਤੇ ਆਪਣੀ ਮਾਤਾ ਪਿਤਾ ਦੀ ਯਾਦ ਦੇ ਵਿੱਚ ਧਰਮਸ਼ਾਲਾ ਬਣਾਈ। ਇਸ ਕਰਕੇ ਮਤਲਬ ਜਿਹੜੀ ਆਪਣੀ ਮਾਤਾ ਪਿਤਾ ਦੀ ਯਾਦ ਦੇ ਵਿੱਚ ਨਾ ਧਰਮਸ਼ਾਲਾ ਬਣਾਈ ਸੀ। ਇਹ ਧਰਮਸ਼ਾਲਾ ਮਤਲਬ ਜਿਹੜੀ ਬਣਾਈ ਮਾਤਾ ਪਿਤਾ ਦੀ ਯਾਦ ਦੇ ਵਿੱਚ ਆ ਕੇ ਨਾ ਕੁਛ ਇਹੋ ਜਿਹੇ ਲੋਕੀ ਆ ਜਿਹੜੇ ਕਿ ਅੱਜ ਦੇ ਨਹੀਂ ਪਹਿਲੇ ਯੁੱਗਾਂ ਦੇ ਚਲੀ ਆਈ ਆ ਇਹ ਵੀ ਦੂਏ ਦੀ ਸੱਚਾਈ ਨੂੰ ਦਬਾਉਣਾ, ਜਿਹਦੇ ਮਤਲਬ ਪੱਲੇ ਕੁਛ ਨਾ ਹੋਵੇ ਦੂਏ ਦੀ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਉਹ ਕੁਛ ਤੇ ਕੁਛ ਕਰ ਸਕਦੇ। ਆਹ ਇੱਥੇ ਬੰਬ ਰੱਖੇ ਗਏ 1000 ਜਿਹੜਾ ਕਿ ਬੰਦਾ ਇੱਥੇ ਸੇਵਾ ਕਰਦਾ ਤਾ। ਜਿਹੜੀ ਛੱਤ ਹੈ ਨਾ ਉੱਪਰ ਮਤਲਬ ਇਹ ਜਿਹੜੀ ਦੀ ਛੱਤ ਹੈ ਇਹ 10-11 ਫੁੱਟ ਉੱਪਰ ਚੜ ਗਈ, ਘੁੰਮਦੀ ਮਤਲਬ ਫੇਰ ਆ ਕੇ ਇਸੇ ਜਗ੍ਹਾ ਟਿਕ ਗਈ, ਫੇਰ ਆ ਕੇ ਬੰਬ ਦੇ ਨਾਲ ਮਤਲਬ 10 ਫੁੱਟ ਉੱਚੀ ਚੜ ਗਈ ਦੀ ਛੱਤ, ਫੇਰ ਆ ਕੇ ਮਤਲਬ ਇੱਥੇ ਇਸੇ ਜਗ੍ਹਾ ਤੇ ਟਿਕ ਗਈ ਛੱਤ ਜਿਹੜੀ। ਕਿਉਂਕਿ ਬਾਅਦ ਜਿਹੜੀ ਇੱਟਾਂ ਅੱਧਾ ਕਿਲੋਮੀਟਰ ਦੇ ਇੱਟਾਂ ਪਹੁੰਚੀਆਂ, ਅੱਧਾ ਕਿਲੋਮੀਟਰ ਦੇ ਇੱਟਾਂ ਪਹੁੰਚੀਆਂ, ਪਰ ਛੋਟੇ ਛੋਟੇ ਮਾਸੂਮ ਬੱਚੇ ਮਤਲਬ ਬੜੇ ਬੜੇ ਬੰਦੇ ਮਾਸੂਮ ਬੱਚੇ ਲੇਕਿਨ ਸਾਰੇ ਇੱਥੇ ਸੇਵਾ ਕਰਦੇ ਤੇ। ਪਰ ਕਿਸੇ ਬੰਦੇ ਦਾ ਇੱਕ ਮਤਲਬ 4-4 ਘਰ ਪਰ ਵੈਸੇ 5 ਘਰ ਤੇ ਬੰਦੇ ਖੜੇ ਤੇ ਇੱਟਾਂ ਅੱਧਾ ਕਿਲੋਮੀਟਰ ਤੇ ਪਹੁੰਚ ਗਈਆਂ, ਪਰ 10 ਫੁੱਟ ਛੱਤ ਉੱਚੀ ਚੜ੍ਹ ਕੇ ਮਤਲਬ ਉਸੇ ਤਰ੍ਹਾਂ ਫੇਰ ਅੱਗ ਲੱਗ ਗਈ। ਪਰ ਮਹਾਰਾਜ ਨੇ ਬਚਾਅ ਕੀਤਾ। ਲੇਕਿਨ ਗੱਲ ਹੈ ਕਿ ਕਰਨੇ ਵਾਲੀ ਨੇ ਕੋਈ ਕਸਰ ਨਹੀਂ ਛੱਡੀ। ਜਿਹੜਾ ਕੋਈ ਵੀ ਕਿਸੇ ਧਰਮ ਤੇ ਅਟੈਕ ਕਰਦਾ ਮਤਲਬ ਜੇ ਕਿਸੇ ਬੰਦੇ ਤੇ ਅਟੈਕ ਕਰਦਾ ਉਹਨੂੰ ਅਸਲ ਅਧੂਰਾ ਰੱਬ ਮਿਲਿਆ ਹੁੰਦਾ, ਲੇਕਿਨ ਉਹ ਅਸਲ ਗੁਰੂ ਨਹੀਂ ਮਿਲਿਆ ਹੁੰਦਾ, ਅਸਲ ਰਸਤਾ ਨਹੀਂ ਮਿਲਿਆ ਹੁੰਦਾ। ਉਹਨੂੰ ਫਿਰ ਦੂਆ ਦੁਸ਼ਮਣੇ ਨਜ਼ਰ ਆਉਂਦਾ ਹੁੰਦਾ। ਜਿਹਨੂੰ ਅਸਲ ਰੱਬ ਮਿਲ ਜਾ, ਅਸਲ ਰਸਤਾ ਮਿਲਿਆ, ਉਹ ਕਦੇ ਕਿਸੇ ਦੇ ਬੁਰਾ ਨਹੀਂ ਕਰਦਾ, ਕਿਸੇ ਧਰਮ ਦਾ ਬੁਰਾ ਨਹੀਂ ਕਰਦਾ,
ਕਿਸੇ ਵੇਦ ਗ੍ਰੰਥ ਦਾ ਬੁਰਾ ਨਹੀਂ ਕਰਦਾ, ਕਿਸੇ ਸਿੱਖ ਮੋਨੇ ਦਾ ਸਵਾਲ ਨਹੀਂ ਉਠਾਉਂਦਾ, ਉਹ ਗਊ ਗਰੀਬ ਦੀ ਵੀ ਸੇਵਾ ਕਰਦਾ, ਹਰ ਵਿੱਚ ਇੱਕ ਪਰਮਾਤਮਾ ਦਾ ਵਾਸਾ ਦੇਦਾ। ਪਰ ਕਰਨੇ ਵਾਲੇ ਨੇ ਕੋਈ ਕਸਰ ਨਹੀਂ ਛੱਡੀ, ਪਰ ਲੇਕਿਨ ਪਰਮਾਤਮਾ ਬਚਾਣ ਉਹਨਾਂ ਨਾਲ ਤੇ ਪਰਮਾਜੀ ਨੇ ਕਰਿਆ, ਉਹਦੇ ਨਾਲ ਤੇ ਪਰਮਾਤਮਾ ਬੜਾ ਉੱਪਰ ਹੈ। ਜੇਕਰ ਅਸੀਂ ਰੱਬ ਦੇ ਭਰੋਸਾ ਰੱਖਾਂਗੇ, ਹਰ ਜੀਵ ਵਿੱਚ ਰੱਬ ਦੇਖਾਂਗੇ, ਲੇਕਿਨ ਗੱਲ ਇਹ ਜਿਹੜਾ ਜੇਕਰ ਅਸੀਂ ਕਿਸੇ ਨੂੰ ਮਾਰਾਂਗੇ ਅਸੀਂ ਪਹਿਲਾਂ ਮੰਨਾਂਗੇ, ਜੇ ਕਿਸੇ ਵਾਸਤੇ ਟੋਆ ਪੱਟਾਂਗੇ ਸਾਡੇ ਵਾਸਤੇ ਪਹਿਲਾਂ ਟੋਆ ਪੱਟਾਂਗਾ। ਜੇਕਰ ਕਿਸੇ ਨੂੰ ਮਾਰ ਦੀਆਂ ਸਕੀਮਾਂ ਕਰਾਂਗੇ ਲੇਕਿਨ ਉਹ ਲੋਕ ਪਹਿਲਾਂ ਮਾਰਨਗੇ ਜਿਹੜੇ ਕਿਸੇ ਦੀਆਂ ਸਕੀਮ, ਚਾਹੇ ਮੈਂ ਆ ਚਾਹੇ ਕੋਈ ਵੀ ਹੈ। ਇਸ ਕਰਕੇ ਜਿਹੜੀ ਧਰਮ ਦੀ ਜੜ ਸਦਾ ਸੀ, ਕਦੇ ਧਰਮ ਨੂੰ ਕੋਈ ਮਿਟਾ ਨਹੀਂ ਸਕਦਾ, ਰੱਬ ਦੇ ਨਾਂ ਨਹੀਂ ਪੂਰੇ ਮਿਟਾ ਸਕਦਾ। ਬੜੇ ਬੜੇ ਪਹਿਲੇ ਯੁੱਗਾਂ ਤੇ, ਪਹਿਲੇ ਸਦੀਆਂ ਤੋਂ ਇਹ ਇਤਿਹਾਸ ਮਤਲਬ ਗਾਹੀਆਂ ਦੇ ਰਿਹਾ, ਪਹਿਲੇ ਯੁੱਗਾਂ ਤੇ ਮਤਲਬ ਪਹਿਲਾਂ ਤੇ ਲੈ ਕੇ ਮਹਾਂਪੁਰਸ਼ਾਂ, ਪੀਰਾਂ, ਪਕੰਬਰਾਂ, ਅਵਤਾਰਾਂ ਨਾਲ ਯੋਧਿਆਂ ਨਾਲ ਹੁੰਦੀ ਆਈ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਬਾਬਰ ਨੇ ਚੱਕ ਕੇ ਜੇਲ੍ਹ ਵਿੱਚ ਬੰਦ ਕੀਤਾ, ਇਸ ਸੱਚਾਈ ਨੂੰ ਦਬਾਉਣਾ ਚਾਹਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਚੁਣਾਏ, ਕਿਸ ਤਰ੍ਹਾਂ ਮੁਸੀਬਤਾਂ ਪਈਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੀਸ ਦਿੱਤਾ, ਲੇਕਿਨ ਰਾਮਚੰਦਰ ਅਵਤਾਰ ਨੇ ਕਿੱਦਾਂ ਵਣਵਾਸ ਕੱਟਿਆ। ਕ੍ਰਿਸ਼ਨ ਭਗਵਾਨ ਨੂੰ ਕਿਸ ਤਰ੍ਹਾਂ ਲੋਕ ਕਹਿੰਦੇ, ਗੁਰੂ ਰਵਿਦਾਸ ਮਹਾਰਾਜ ਨੇ ਕਿਸ ਤਰ੍ਹਾਂ ਹੋਈ ਆ, ਕਬੀਰ ਸਾਹਿਬ ਮਹਾਰਾਜ ਨੇ ਕਿਸ ਤਰ੍ਹਾਂ, ਨਿਆਣਾ ਜਿੰਨੇ ਨਾਮਦੇਵ ਭਗਤ, ਫਰੀਦ ਭਗਤ, ਜਿੰਨੇ ਮਹਾਂਪੁਰਸ਼ ਆਏ, ਕਿਸੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਕੁਰਸੀ ਪਰ ਨਹੀਂ ਬਿਠਾਲਿਆ। ਪਰ ਲੇਕਿਨ ਗੱਲ ਉਹਨਾਂ ਲੋਕਾਂ ਦਾ ਅੱਜ ਵੀ ਬੀਜ ਨਾਸ ਨਹੀਂ ਹੈ, ਜਿਨ੍ਹਾਂ ਨੇ ਉਸ ਟਾਈਮ ਵੀ ਮਹਾਂਪੁਰਸ਼ਾਂ ਨਾਲ ਕੀਤੀ ਬੀਜ ਨਾਸ। ਅੱਜ ਵੀ ਉਹਨਾਂ ਲੋਕਾਂ ਦਾ ਧਰਤੀ ਦੇ ਜਿਹੜਾ ਬੀਜ ਕਾਇਮ ਹੈ। ਪਰ ਲੇਕਿਨ ਜਿਹੜੀ ਕੁਦਰਤ ਉਸ ਟਾਈਮ ਮਹਾਂਪੁਰਸ਼ਾਂ ਰਹਿ ਬਣਾ ਅਵਤਾਰਾਂ ਦਾ ਰੂਪ ਧਾਰ ਕੇ ਇਸ ਮਾਤ ਲੋਕ ਵਿੱਚ ਜਨਮ ਲੈ ਕੇ ਆਈ ਸੀ, ਲੇਕਿਨ ਉਹ ਕੁਦਰਤ ਵੀ ਅੱਜ ਨਾਲ ਹੈ, ਉਹ ਮਹਾਂਪੁਰਸ਼ ਵੀ, ਲੇਕਿਨ ਉਹ ਕੁਦਰਤ ਵੀ ਨਾਲ ਹੈ। ਪਰ ਲੇਕਿਨ ਉਹ ਜ਼ਾਲਮਾਂ ਲੋਕਾਂ ਦਾ ਵੀ ਲੇਕਿਨ ਬੀਜ ਨਾਸ, ਉਹ ਵੀ ਜ਼ਾਲਮ ਲੋਕਾਂ ਦਾ ਬੀਜ ਨਾਸ, ਉਹ ਵੀ ਅੱਜ ਧਰਤੀ ਦੇ ਕਾਇਮ ਹੈ। ਲੇਕਿਨ ਜਿਹੜੇ ਧਰਮਾਂ ਤੇ ਅਟੈਕ ਕਰਦੇ, ਲੇਕਿਨ ਜਿਹੜੇ ਬੰਦਿਆਂ ਨੂੰ ਮਾਰਦੇ, ਲੇਕਿਨ ਉਹ ਪਰਮਾਤਮਾ ਦੇ ਸਿੱਖ ਨਹੀਂ ਕਹੇ ਜਾਂਦੇ ਜਾਂ ਪਰਮਾਤਮਾ ਦਾ ਰੂਪ ਨਹੀਂ ਕਹੇ ਜਾਂਦੇ ਹਮੇਸ਼ਾ ਵਾਸਤੇ। ਲੇਕਿਨ ਜਿਹੜੇ ਕਿਸੇ ਧਰਮ ਤੇ ਅਟੈਕ ਕਰਦੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਦੇ ਢੋਏ ਨਾ, ਇਸ ਲੋਕ ਵਿੱਚ ਨਾ ਅਗਲੀ ਲੋਕ। ਲੇਕਿਨ ਪੈਸਾ ਤਾਂ ਲੇਕਿਨ ਗੱਲ ਇਹ ਵੀ ਜਿਹੜੇ ਗਲਤ ਕੰਮ ਕਰਦੇ ਨੂੰ ਕੋਈ ਬਥੇਰਾ ਹੁੰਦਾ, ਪੈਸੇ ਨੂੰ ਕਿਹੜਾ ਪੁੱਛਦਾ। ਪਰ ਇਨਸਾਨ ਉਹੀ ਹੈ, ਗੁਰਸਿੱਖ ਉਹੀ ਹੈ ਜਿਹੜਾ ਹਰ ਧਰਮ ਵਿੱਚ, ਹਰ ਵੇਦ ਗ੍ਰੰਥ, ਹਰ ਜੀਵ ਜੰਤੂ ਵਿੱਚ, ਹਰ ਪਸ਼ੂ ਪਰਿੰਦੇ ਚ, ਹਰ ਸਿੱਖ ਮੋਨੇ ਈਸਾਈ ਦੇ ਵਿੱਚ, ਹਿੰਦੂ ਮੁਸਲਮਾਨ ਵਿੱਚ, ਲੇਕਿਨ ਮੰਦਰ ਮਸਜਿਦ ਗੁਰਦੁਆਰੇ ਗਿਰਜਾ ਘਰ ਵਿੱਚ ਜਿਹੜਾ ਹਰ ਵਿੱਚ ਪਰਮਾਤਮਾ ਦਾ ਵਾਸਾ ਦੇਖਦਾ। ਲੇਕਿਨ ਉਹੀ ਗੁਰਸਿੱਖ ਹੈ ਜਿਹੜਾ ਨਫ਼ਸ ਦੀ ਭਾਵਨਾ ਦੂਏ ਤੇ ਅਟੈਕ ਕਰਦਾ, ਜੇ ਦੂਏ ਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਲੇਕਿਨ ਨਾ ਉਹ ਗੁਰਸਿੱਖ ਹੈ ਨਾ ਉਹ ਇਨਸਾਨ ਹੈ। ਪੰਛੀਆਂ ਵਾਸਤੇ ਕੱਢਿਆ ਭਾਈ, ਜਿਹੜੇ ਪੇੜ ਲੱਗ ਰਹੇ ਅੰਬਾਂ ਦੇ, ਅਮਰੂਦਾਂ ਦੇ, ਹੋਰ ਫਲਦਾਰ ਦੇ, ਸਿਰਫ ਪੰਛੀਆਂ ਵਾਸਤੇ। ਜਿਹੜੇ ਪੇੜ ਇੱਧਰ ਲੱਗ ਰਹੇ ਮਤਲਬ ਪੰਛੀਆਂ ਵਾਸਤੇ, ਮਤਲਬ ਜੰਗਲਾਂ ਦੇ ਜਾਨਵਰਾਂ ਵਾਸਤੇ, ਬੰਦਾ ਵੀ ਖਾ ਸਕਦਾ, ਕੋਈ ਵੀ ਇਨਸਾਨ ਖਾ ਸਕਦਾ। ਜੇ ਪਾਣੀ ਜੰਗਲ ਦੇ ਜਾਨਵਰਾਂ, ਇਨਸਾਨ ਹਰ ਜਗ੍ਹਾ ਸਾਰ ਸਕਦਾ, ਇਨਸਾਨ ਤਾਂ ਕਿਤੇ ਜਾ ਕੇ ਥੋੜਾ ਪਾਣੀ ਵੀ ਪੀ ਸਕਦਾ, ਪਰ ਪੰਛੀ ਕਿੱਥੇ ਜਾ ਸਕਦੇ। ਤਾਂ ਪਰਮਾਤਮਾ ਕਰਾਵੇ, ਪਰਮੇਸ਼ਰ ਕਰਾਵੇ, ਕਦੇ ਹੋ ਸਕਦਾ ਨਹੀਂ, ਇੱਦਾਂ ਦੇ ਕੰਮ ਨਹੀਂ ਹੋ ਸਕਦੇ। ਪਰ ਮੈਂ ਜ਼ਿੰਦਗੀ 'ਚ 5 ਸਾਲ ਤੋਂ ਬਾਅਦ ਜਦੋਂ ਮੇਰੀ ਸੋਚ ਸੰਭਲੀ, ਜ਼ਿੰਦਗੀ 'ਚ ਮੈਂ ਇਹੀ ਕੰਮ ਕਰੇ, ਆਪ ਸਿੱਧੇ ਟੁਕੜੀਆਂ ਤਲਾਬ ਬਣਵਾਏ, 150-200 ਬੋਲੀ ਬਣਵਾਈ ਜੰਗਲਾਂ ਦੇ ਵਿੱਚ। ਮੈਂ ਤਲਾਬ ਕਾਫੀ ਤੁਹਾਨੂੰ ਇੰਨੀ ਜਗ੍ਹਾ ਜਿੰਨੀ ਸਫ਼ਰ ਅਸੀਂ ਆਪਾਂ ਤੁਰ ਕੇ ਆ ਗਏ, ਇੰਨੀ ਸਫ਼ਰ ਅੱਗੇ ਜਾ, ਇੰਨੀ ਸਫ਼ਰ ਕੱਢ ਕੇ ਅੱਗੇ ਦੀ ਅੱਗੇ ਜੰਗਲਾਂ ਵਿੱਚ ਤਲਾਬ ਹੋਣਗੇ, ਹਰ ਜਗ੍ਹਾ ਦੇ ਤਲਾਬ। ਪੀਰ ਪਕੰਬਰ ਇੱਥੋਂ ਤੁਰ ਗਏ ਤੈਂ ਕਿਹੜਾ ਬੈਠਾ ਰਹਿਣਾ, ਪੀਰ ਪਕੰਬਰ ਇੱਥੋਂ ਤੁਰ ਗਏ ਤੈਂ ਕਿਹੜਾ ਬੈਠਾ ਰਹਿਣਾ। ਜਿਹੜੇ ਪੀਰ ਪਕੰਬਰ ਇੱਥੋਂ ਤੁਰ ਗਏ, ਇਨਸਾਨ ਕਦ ਬੈਠਾ ਰਹੂਗਾ। ਜਿਹੜੇ ਪੀਰ ਪਕੰਬਰ ਨਹੀਂ ਰਹੇ ਬੰਦੇ ਨੇ ਕਦ ਰਹਿਣਾ। ਜਿਹੜੀ ਬਿਲਡਿੰਗ ਬਣਾਉਂਦੇ ਅਸੀਂ, ਭਾਵੇਂ ਕਿੰਨੇ ਮਾੜੀ ਸਾਖਵਾਨ ਮਨ ਲਾ ਦਈਏ, ਜਿੰਨੀ ਮਾੜੀ ਸੋਹਣੀ ਤੇ ਸੋਹਣੀ ਬਣਾ ਦਈਏ, ਪਰ ਉਸ ਚੀਜ਼ ਦੀ ਕੋਈ ਬੁਨਿਆਦ ਨਹੀਂ ਹੈ ਜਿਹੜਾ ਤਲਾਹ ਜੰਗਲ ਕੜਾਈ ਦੀ ਬੁਨਿਆਦ ਹੈ। आज जुगा तक यही गाही दूंगा, होर किसी चीज ने गाही नहीं देनी असल में। महाराज जी ऐसा है, लोग कहते हैं कि आप धर्म के विरोधी हैं, ये कहाँ तक सच है? ये धर्म के विरोधी ऐसे है, ये सारी झूठी गल है। क्या गुरु नानक देव पातशाह जेल तो भी धर्म का विरोधी था? क्या गुरु तेग बहादुर पातशाह का शीश भी धर्म का विरोधी था? गुरु गोबिंद सिंह के बच्चे ने धर्म का विरोधी था? गुरु रविदास महाराज जेल च बंद किया, धर्म का विरोधी था? रामचंद्र ने बनवास कटिया, कोई धर्म का विरोधी था? कृष्ण को कुछ लोग कहते धर्म का विरोधी था? कबीर साहब आए, धर्म का विरोधी था? नामदेव भगत राजे जेल बन गया, धर्म का विरोधी था? फरीद भगत फरीदकोट के राजे ने सिर ते टोकरी ढवाई, धर्म का विरोधी था? किन्ने महापुरुष धरती अगे धर्म के विरोधी थे सारे। सच जेड़ा असली है, सच जेड़ा कंडे मंगो चुभदा, सच जेड़ा लोकां दे जहरे नहीं आंदा। मेरे नाल दा कोई हर धर्म का सत्कार करना, हर जेड़ा एक बंदा कीड़ी नहीं मार दिंदा पैर दे नाल, लेकिन वो किसी धर्म का विरोध करूंगा। लेकिन सच देख के जेड़े सच देख के किसी कोलों जहरे नहीं जांदा, कोई किसी धर्म का विरोधी नहीं। पर पहला महापुरुष ना हुंदियां ही असीं कौन है? क्या संदेश देना चाहते हो? जनता को ये संदेश देना चाहते हो कि हर धर्म में रब देखो, हिंदू सिख का सवाल ना उठाओ, मैं हिंदू सिख का सवाल ना उठाओ, गरीब वीर का सवाल ना उठाओ, गरीब गऊ की सेवा करो। मतलब गल की भी परमात्मा की भक्ति करो, ये हर का भला मंगो, चाहे मित्र चाहे दुश्मन है। तो यही संदेश है भी हर धर्म में, हर वेद ग्रंथ से रब देखना चाहिए, वही सब कुछ है। आपके ऊपर मुकदमे बनाए गए, मुकदमे बहुत सारे मुकदमे आपके ऊपर बनाए। देखो गल ये मुकदमे क्या कारण रहा है? जिहड़े मुकदमे बने हैं वो जिन्हें जो सच सच है, झूठ झूठ है। किसी के मुकदमे झूठा बनाना, किसी सच्चाई नहीं दबनी। जिस वेले बंदा पैदा होंदा, सागर साहब शाही बुराई दो चीज़ां नाल हुंदियां, शाही और बुराई दो चीज़ों के नाल हुंदियां। महाराज जी अब तो अमर हैं, आपके तो कोई जवाब ही नहीं आपकी बात का। क्यों हम एक जवाब पूछते हैं, आप 10 जवाब दे देते हो? जेठ का महीना था, विसाख जेठ का महीना था, पानी नहीं मिला, बाकी सारे ने पी लिया, सिर्फ 5 बंदे रह गए पानी पीने के। 5 बंदे रह गए, जिस वेले असीं इत्थे ना बैठ के ना
ਲਾਪੇ ਕਰਨ ਤੇ ਪਾਣੀ तपस्या करने लगे। ਨਹੀਂ ਆਰਾਮ ਲਾਪੇ ਕਰਨ ਇੱਥੇ 5 ਬੰਦੇ ਰਹਿ ਗਏ ਪਾਣੀ ਤੇ ਪਿਆਸੇ, ਬਾਕੀ ਸਾਰੀ ਸੰਗਤ ਦਾ ਪੀ ਲਿਆ। ਜੰਗਲ ਇੱਥੇ 500 ਫੁੱਟ ਦੇ ਪਾਣੀ ਨਹੀਂ ਹੈ ਜ਼ਮੀਨ ਤੇ ਜੰਗਲ ਦੇ ਵਿੱਚ। ਫਿਰ ਅਸੀਂ ਬੈਠੇ ਨਾ, ਫਿਰ ਹੁਕਮ ਹੋਇਆ ਬੈਠਾ ਵੀ ਜਿਹੜਾ ਸਿਆਲ ਪੱਥਰ ਪੈਂਦੇ ਇੱਥੇ ਮੈਂ ਜਗ੍ਹਾ ਲਾਪਿਆ ਸਵਾਰਨ, ਇਹਨੂੰ ਪੱਥਰ ਨੂੰ ਪੱਟ। ਮੈਂ ਤਾਂ ਹੁਣ ਭਰਤ ਪਿਆ ਰੋ ਭਾਵੇਂ ਪਾਣੀ ਪੂਣੀ ਦੇ ਨਾਲ ਜ਼ਿਆਦਾ ਨੀਵਾਂ ਤਾਂ ਜਾਂ ਮੈਂ ਥੱਲੇ ਦੇ ਪੱਥਰ ਪੱਟੇ ਨਾ, ਹੱਥ ਪਗ ਤੋਂ ਸੁੰਮ ਚੱਲਿਆ नीचे से ऊपर पानी आ गया। ਹਾਂ ਪਾਣੀ ਆਏ। ਹੁਣ ਦੇਖ ਲਓ ਇੱਥੇ ਪਾਣੀ ਭਾਵੇਂ ਲੱਖਾਂ ਹੀ ਦੁਨੀਆ ਪੀ ਜਾਏ, ਬੋਡੀ ਦਾ ਪਾਣੀ ਨਹੀਂ ਮੁੱਕਣਾ। ਜੰਗਲ ਦੇ ਵਿੱਚ ਇਹੀ ਪਾਣੀ ਹੈ ਸੇਗੀ ਦੇ ਵਿੱਚ, ਤੇ ਤਾਂ ਇੱਥੇ ਪਾਣੀ ਪੀਤਾ ਤਾਂ ਸੀ, ਬਾਕੀ ਸੰਗਤ ਨੂੰ ਪਾਇਆ। ਇਹ ਜੱਦੀ ਬੋਡੀ ਬਣੀ ਹੋਈ ये कैसे ढूंढे आपने जंगल में? ਹੈ। ਮੈਂ ਰਾਸ਼ਨ ਪਾ ਲਾ, ਮੈਂ ਤਾਂ ਸਾਰੀ ਮੇਰੀ ਜ਼ਿੰਦਗੀ ਲੰਘ ਗਈ, ਮੇਰੀ ਜ਼ਿੰਦਗੀ ਲੰਘ ਗਈ ਸਾਰੀ ਜੰਗਲਾਂ ਦੇ ਵਿੱਚ ਰਾਸ਼ਨ ਆਰਾਮ करते ਸਿਰ ਤੇ ਟੋਕਰੀ ਢਾਉਣੀ ਤਲਾਕ। ਆਖਰ ਕਿਸੇ ਚੀਜ਼ ਨੇ ਨਾਲ ਨਹੀਂ ਜਾਣੇ। ਸੇਵਾ ਸੇ ਵੀ ਜੇ ਬਲਾ ਬੰਦਾ ਸੇਵਾ ਕਰਦਾ ਸਭ ਦਾ ਭਲਾ ਮੰਗੂਗਾ। ਉਹ ਬੰਦਾ ਫਿਰ ਗਲਤ ਪਾਸੇ ਨੂੰ ਤੁਰ ਪੈਂਦਾ, ਉਹਦੀ ਹਵਾ ਬਦਲ ਜਾਂਦੀ, ਉਹਦੀ ਨਿਗਾਹ ਬਦਲ ਜਾਂਦੀ। ਉਹਨੂੰ ਛੋਟੇ ਲੋਕ ਜਿਹੜੇ ਫਿਰ ਦਿਖਦੇ ਨਹੀਂ ਹੈ, ਉਹਨੂੰ ਮਾੜੇ ਲੋਕ ਉਹਨੂੰ ਉਹ ਕਹਿੰਦਾ ਵੀ ਮੈਂ ਹੀ ਸਭ ਕੁਛ ਹੈ, ਵੀ ਮੇਰੇ ਰਾਜ ਹੋਊਗਾ, ਮੇਰੇ ਤੇ ਹੋਊਗਾ। महाराज जी यहाँ तो परिंदा परने मारता, आप कैसे हो सकते हैं? ਠੀਕ ਹੈ इतने भयानक जंगल में। ਇਹ ਕੁਦਰਤ ਨੇ। ਇਹਦੇ ਅੱਗੇ ਜਾ ਕੇ ਦੇਖੋ, ਆ ਤਾਂ ਕੁਝ ਵੀ ਨਹੀਂ। ਮੀਲਾ ਦੇ ਵਿੱਚ ਜਿੱਥਾ ਬੰਦਾ ਨਹੀਂ ਪੁੱਛਦਾ ਤਲਾਬ ਬਣੇ ਬੜੇ ਉਹਨਾਂ ਬਾਗ ਵਿੱਚ ਲੱਗ ਰਹੇ ਇਸ ਵੇਲੇ। जयकारा सच्चे रब दा। ਜੰਗਲੀ ਗਊਆਂ ਅਤੇ ਸੂਰ ਯਾਰ ਬਾਂਦਰ, ਹਾਲ ਤੱਕ ਇੱਥੇ ਬਾਹਰ ਦਾ ਬੰਦਾ ਨਹੀਂ ਕੋਈ ਰਾਸ਼ਨ ਪਾਣ ਆਇਆ ਨਾ ਜੰਗਲਾਂ ਦੇ ਵਿੱਚ। ਪਹਾੜੇ, ਮੋਰ, ਬੋਦਰਾ, ਤਿੱਤਰ, ਬਟੇਰੇ ਸਾਰਾ ਇੱਥੇ ਇਕੱਠ ਹੁੰਦਾ ਜਾਨਵਰਾਂ ਦਾ। ਵੈਸੇ ਤਾਂ ਜੰਗਲ ਸਾਰਾ ਕਵਰ ਕਰ ਦਿੱਤਾ। ਜਿੱਦਾਂ ਬੰਦਾ ਮਰਨਾ ਕੋਈ ਚੀਜ਼ ਨਾਲ ਨਹੀਂ ਜਾਣੀ, ਖਾਲੀ ਆਇਆ ਖਾਲੀ ਜਾਣਾ। ਜਿਹੜਾ ਬੰਦਾ ਚੰਗਾ ਕੰਮ ਮਾੜਾ ਕੰਮ ਕਰਦਾ ਉਹੀ ਨਾਲ ਜਾਂਦਾ। ਜੇ ਕੋਈ ਇਨਸਾਨ ਕਿਸੇ ਦੇ ਆਪਣੀ ਹੋਂਦ ਵਿੱਚ ਕਿਸੇ ਦੇ ਗਲਤ ਸੱਚ ਨੂੰ ਦਿਖਾਉਣ ਦੀ ਖਾਤਰ ਲੇਕਿਨ ਕਲਮ ਗਲਤ ਦੀ ਬਗਾਉਂਦਾ, ਉਹਨੇ ਵੀ ਰਹਿਣਾ ਨਹੀਂ। ਜੇ ਕੋਈ ਮਹਾਪੁਰਸ਼ ਹੋਗਾ ਝੂਠ ਕੋਫਰ ਤੋਲਦਾ, ਮਤਲਬ ਕਿਸੇ ਧਰਮ ਦੀ ਕਿਸੇ ਵੇਦ ਗ੍ਰੰਥ ਦੀ ਆੜ ਜਾਂ ਓਟ ਲੈ ਕੇ ਕਿਸੇ ਨੂੰ ਗਲਤ ਕੰਮ ਕਰਕੇ ਪਸਾਉਂਦਾ, ਰਹਿਣਾ ਉਹਨੇ ਵੀ ਨਹੀਂ ਹੈ। ਆਖਿਰਕਾਰ ਆ ਕੇ ਕੋਈ ਵੀ ਇਨਸਾਨ ਜਿਹੜਾ ਆਪਣੀ ਹੋਂਦ ਵਿੱਚ ਆ ਕੇ ਆਪਣੀ ਹੋਂਦ ਦਾ ਗਲਤ ਨਜਾਇਜ਼ ਫਾਇਦਾ ਉਠਾਉਂਦਾ, ਲੇਕਿਨ ਆਖਿਰਕਾਰ ਰਹਿਣਾ ਉਹਨੇ ਵੀ ਨਹੀਂ ਹੈ। ਰਹਿਣਾ ਤੇ ਇੱਕ ਰੱਬ ਦਾ ਨਾਮ ਹੈ, ਕਿਉਂਕਿ ਇੱਥੋਂ ਸਾਬਤ ਹੁੰਦਾ ਕਿ ਜਿਨ੍ਹਾਂ ਮਹਾਪੁਰਸ਼ਾਂ ਅਵਤਾਰਾਂ ਦੇ ਨਾਲ ਜ਼ੁਲਮ ਹੋਏ, ਤਸੱਦਦ ਹੋਏ, ਉਹਨਾਂ ਸਿਰਫ ਉਹ ਰਹਿਬਰ ਤੇ ਖੁਦ ਜੋਤ ਜਿੰਨੇ ਵੀ ਮਹਾਪੁਰਸ਼ ਆਏ ਕਿਸੇ ਵੀ ਧਰਮ ਵਿੱਚ, ਧਰਮ ਸਭ ਇੱਕ ਹੈ, ਲੋਕਾਂ ਨੇ ਅੱਡ ਅੱਡ ਬਣਾਏ ਵੀ, ਪਰ ਜਿੰਨੇ ਵੀ ਮਹਾਪੁਰਸ਼ ਸੱਚੇ ਦੇ ਖੁਦ ਆਪ ਜੋਤਾਂ ਪ੍ਰਗਟ ਹੋ ਕਾਇਮਾਂ ਦੀਆਂ, ਉਹਨਾਂ ਦੀ ਸਚਾਈ ਨਾ ਦੇਖਦਿਆਂ ਹੋਇਆ ਜਾਰੀ ਨਹੀਂ ਗਈ ਲੋਕਾਂ ਕੋਲ। ਤੇ ਇਸ ਕਰਕੇ ਉਹਨਾਂ ਤੇ ਤਸੀਹੇ ਦਿੱਤੇ, ਉਹਨਾਂ ਨੂੰ ਜੇਲ੍ਹਾਂ ਥਾਣੇ ਤੋਂ ਰਹਿ ਕੇ ਦਿਖਾਲੇ ਉਸ ਟਾਈਮ ਦੇ ਵਿੱਚ। ਪਰ ਅੱਜ ਅਸੀਂ ਲੋਕ ਉਹਨਾਂ ਦਾ ਨਾਂ ਜਪਦੇ। ਉਹ ਧੰਨ ਲੋਕ ਆ ਜਿਨ੍ਹਾਂ ਨੇ ਮੌਕੇ ਦਾ ਮਤਲਬ ਉਹਨਾਂ ਦੀ ਦਰਸ਼ਨ ਕਰਕੇ, ਉਹਨਾਂ ਦੀ ਸੰਗਤ ਕਰਕੇ ਆਪਣੇ ਜੀਵਨ ਸਦਾ ਲਈ ਸੁਖ ਸੁਧਾਰ ਕਰ ਲਿਆ। ਆਪਣਾ ਮਤ ਸਦਾ 84 ਦੇ ਚੱਕਰ ਚੋਂ ਨਿਕਲ ਗਏ। ਉਹ ਵੀ ਲੋਕ ਲਿਖੋ, ਉਹ ਵੀ ਲੋਕ ਤੇ ਜਿਨ੍ਹਾਂ ਨੇ ਮਤਲਬ ਲੋਕਾਂ ਨੇ ਮਹਾਪੁਰਸ਼ਾਂ ਨਾਲ ਸਦੇ ਜ਼ੁਲਮ ਕੀਤੇ। ਅੱਜ ਵੀ ਲੇਕਿਨ ਉਹਨਾਂ ਲੋਕਾਂ ਦਾ ਬੀਜ ਨਾਸ ਹੈ ਨਹੀਂ ਧਰਤੀ ਪਰ, ਅੱਜ ਵੀ ਹੈ, ਲੇਕਿਨ ਮਹਾਪੁਰਸ਼ ਵੀ ਹੈ ਧਰਤੀ ਤੇ। ਆਪਾਂ ਤਾਂ ਸੰਗਤ ਦੇ ਦਾਸ ਹੈ। ਬਾਕੀ ਪਰਮੇਸ਼ਰ ਦੀ ਆਪਾਂ ਤਾਂ ਇੱਕ ਆਪਣੇ ਆਪ ਜੋਗੇ ਨਹੀਂ। ਇੱਕ ਬੱਚੇ ਨੂੰ ਰੋਟੀ ਦੇ ਸਕਦੇ। ਇਹ ਅਰਬਾਂ ਖਰਬਾਂ ਮਨ ਜਿਹੜਾ ਰਾਸ਼ਨ ਜੰਗਲਾਂ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਪਾਣਾ, ਅਰਬਾਂ ਖਰਬਾਂ ਲੇਕਿਨ ਜੰਗਲਾਂ ਵਿੱਚ ਰਾਸ਼ਨ ਪਾਣਾ, ਬਾਗ ਬਗੀਚੇ ਲਵਾਣੇ, ਥੋਂ ਲੰਗਰ ਚੱਲਣੇ, ਇਹ ਕੁਦਰਤ ਤੇ ਚਲਾ ਸਕਦੀ, ਬੰਦੇ ਦੇ ਪਾਸ ਸੌਦਾ ਨਹੀਂ। ਅਗਰ ਮੈਂ ਚਾਹੁੰਦਾ ਇੱਥੇ ਆਪਣੇ ਪਿੰਡ ਇੱਥੋਂ ਲੈ ਕੇ ਧਮਾਣੇ ਤੱਕ, ਧਮਾਣੇ ਤੇ ਲੈ ਕੇ ਰੂਪੜ ਤੱਕ ਮੈਂ ਸੋਨੇ ਦੀਆਂ ਬਿਲਡਿੰਗਾਂ ਤਿਆਰ ਕਰ ਦਿੰਦਾ। ਪਰ ਜੇ ਮੈਨੂੰ ਅਸਲ ਰੱਬ ਨਾ ਮਿਲਿਆ ਹੁੰਦਾ, ਅਸਲ ਪਰਮਾਤਮਾ ਨਾ ਮਿਲਿਆ ਹੁੰਦਾ, ਫਿਰ ਮੈਂ ਵੱਧ ਤੋਂ ਵੱਧ ਬਿਲਡਿੰਗਾਂ ਉਸਾਰਦਾ ਚੱਲ ਜਾਂਦਾ। ਪਰ ਨਹੀਂ, ਮੈਨੂੰ ਅਸਲੀ ਰੱਬ ਮਿਲਿਆ। ਲੇਕਿਨ ਜਿਹਨੇ ਮੈਨੂੰ ਇਹੀ ਗਿਆਨ ਦਿੱਤਾ ਕਿ ਇਹ ਬੇਟਾ ਸਭ ਵਿੱਚ, ਪਸ਼ੂ ਪਰਿੰਦੇ ਪੰਛੀ ਵਿੱਚ, ਹਰ ਧਰਮ ਵਿੱਚ, ਸਿੱਖ ਮੋਨੇ ਹਿੰਦੂ ਈਸਾਈ ਮੁਸਲਮਾਨ ਸਭ ਤੇ ਰੱਬ ਦਾ ਵਾਸਾ, ਮੇਰਾ ਵਾਸਾ ਦੇਖੀ ਅਕਾਲ ਪੁਰਖ ਦਾ ਹੁਕਮ ਹੈ। ਲੇਕਿਨ ਗੱਲ ਹੈਗੀ ਇੱਕ, ਪਰ ਜਿਹੜੀ ਕੋਈ ਵੀ ਚੀਜ਼ ਆ ਫਿਰ ਲੇਕਿਨ ਗਊ ਦੀ ਸੇਵਾ ਕਰਨੀ ਪਹਿਲਾਂ ਮੇਰਾ ਪਰਨਾ, ਗਊ ਦੀ ਸੇਵਾ ਕਰਨੀ। ਉਹਦੇ ਬਾਅਦ ਠੀਕ ਹੈ ਮੈਂ ਸੰਤ ਸਵੇਰ ਦਾਸ ਮਹਾਰਾਜ ਦੇ ਨਾਂ ਦੀ ਕਰਦਾ ਇਹ ਬਾਦਸ਼ਾਹ ਸਾਰਾ ਸੰਸਾਰ ਤੇਰਾ। ਵੀ ਅਗਰ ਮੈਂ ਵੀ ਕਿਸੇ ਦਾ ਬੁਰਾ ਕਰਾਂ ਮੈਨੂੰ ਵੀ ਸਜ਼ਾ ਦੇਈ, ਜੇ ਕੋਈ ਕਿਸੇ ਦਾ ਬੁਰਾ ਕਰਦਾ ਉਹ ਤਾਂ ਤੂੰ ਆਪੇ ਜਾਣੀ ਜਾਣਾ। ਪਰ ਇਨਸਾਨ ਕਾਹਦੇ ਵਾਸਤੇ ਕਰਦਾ? ਲੇਕਿਨ ਜੰਗਲ ਵੀ ਦੇਖੋ, ਬਿਆਬਾਨ, ਪਹਾੜ, ਇਹ ਕਿਸੇ ਸਮੇਂ 'ਚ ਮੈਨੂੰ ਫੱਕਰ ਮਿਲਿਆ ਤਾਂ ਉੱਪਰ ਇੰਨਾ ਟਾਈਮ ਨਹੀਂ ਤੁਹਾਨੂੰ ਫੱਕਰ ਦੀ ਕਾਰ ਦੱਸਦਾ ਉੱਪਰ ਪੀਰ ਦੀ। ਉਹਨੇ ਕਿਹਾ ਵੀ ਕੋਈ ਇਹੋ ਜਿਹਾ ਸਮਾਂ ਤਾਂ ਜੰਗਲ ਵਿੱਚ ਸਾਰਾ ਫਸਲਾਂ ਹੁੰਦੀਆਂ ਤੀਆਂ, ਪਰਬਤ ਦੇ ਮਤਲਬ ਪਲੈਨ ਤੀ ਹੁਣ ਪਰਬਤ ਬਣ ਗਏ। ਧਰਤੀ ਕਈ ਵਾਰੀ ਮਹਾਪਲ ਨੂੰ ਆਈ ਧਰਤੀ ਤੇ, ਕਈ ਵਾਰੀ ਹਿਲਜੁਲ ਹੋਈ, ਪਲੈਨ ਦੇ ਪਹਾੜ ਬਣ ਗਏ, ਪਹਾੜ ਦੇ ਪਲੈਨ ਬਣ ਗਏ। ਲੇਕਿਨ ਤਾਂ ਕੁਦਰਤ ਦਾ ਕਿਸੇ ਨੇ ਭੇਜ ਨਹੀਂ ਪਾਇਆ। ਪਰ ਜਿਹੜੀ ਆ ਸੇਵਾ, ਇਹ ਸਭ ਤੋਂ ਬੜਾ, ਬਿਲਡਿੰਗਾਂ ਢਹਿ ਢੇਰੀ ਹੋ ਜੂਗੀਆਂ, ਇਨਸਾਨ ਨੇ ਢਹਿ ਢੇਰੀ ਹੋ ਜਾਣਾ। ਲੇਕਿਨ ਆਖਿਰਕਾਰ ਜਿਹੜੇ ਪੈਸੇ ਨੂੰ ਨਜਾਇਜ਼ ਵਰਤੋਂ ਕਰਦੇ ਆ, ਗਲਤ ਪਾਸੇ ਤੁਰਦੇ ਆ, ਹਿੰਦੂ ਸਿੱਖ ਸਵਾਈ ਦਾ ਸਵਾਲ ਉਠਾਉਂਦੇ, ਗਰੀਬ ਵੀਰ ਦਾ ਸਵਾਲ ਉਠਾਉਂਦੇ, ਜਾਤ ਪਾਤ ਦਾ ਸਵਾਲ ਉਠਾਉਂਦੇ। ਆਖਰ ਰਹਿਣਾ ਵੀ ਨਹੀਂ, ਜਾਣਾ ਉਹਨੀ ਵੀ ਹੈ, ਪਰ ਜਾਣਾ ਤਾਂ ਸਾਰਿਆਂ ਨੇ ਇੱਕ ਸ਼ਮਸ਼ਾਨ ਘਾਟ ਵਿੱਚ ਆ, ਅਲੱਗ ਕਿਸੇ ਵਾਸਤੇ ਕੋਈ ਨਹੀਂ। ਪਰ ਅਸੀਂ ਨਾ ਮਹਾਰਾਜ ਦੱਸਦੇ ਵੀ ਇਹ ਇਨਸਾਨ ਹੈ ਨਾ ਜਿਹੜਾ ਗਰਭ ਦਾ ਕੀੜਾ ਹੈ, ਇਹ ਭੁੱਲ ਜਾਂਦਾ। ਇਹਨੂੰ ਇਹ ਨਹੀਂ 4 ਦਿਨਾਂ ਵਾਸਤੇ ਆਉਂਦਾ। ਦੇਖੋ ਲੱਖ ਵਰੇ ਦੀ ਆਜ਼ਾਦੀ ਜਾਂ ਪਹਿਲੇ ਯੁੱਗਾਂ ਦੇ ਵਿੱਚ ਸੰਤ ਮਹਾਤਮਾ ਇੱਥੇ ਪ੍ਰਾਣੀ ਲੋਕ ਰਿਹਾ ਕਰਦੇ ਇਸ ਧਰਤੀ ਦੇ ਉੱਪਰ, ਉਹਨਾਂ ਨੇ ਮਾਦੇ ਕੋ ਛੱਪਰ ਪਾ ਕੇ ਗੁਜ਼ਾਰਾ ਕਰਨਾ। ਆਖਿਰ ਅੱਜ ਕਿਸ ਤਰ੍ਹਾਂ ਦਾ ਸਮਾਂ ਆ ਗਿਆ, ਥੋੜੇ ਜਿਹੇ ਬੰਦੇ ਦੀ ਆਰਜੂ ਆ, ਥੋੜਾ ਜਿਹਾ ਸਮਾਂ ਗਲਤ ਪਾ ਕੇ ਕਿਸ ਤਰ੍ਹਾਂ ਨੂੰ ਨਜਾਇਜ਼ ਆਪਣੀ ਹੋਂਦ ਦੀ ਖਾਤਰ,
ਆਪਣੇ ਝੂਠੇ ਕਰਮ ਨੂੰ ਉੱਪਰ ਚੱਕਣਾ, ਆਪਣੇ ਝੂਠਾ ਕਰਮ ਜਿਹੜਾ ਕੀਤਾ ਉਹਨੂੰ ਅੱਗੇ ਚੱਕਣਾ, ਦੂਸਰੇ ਨੂੰ ਦਬਾਉਣਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਰਹਿਣਾ ਨਹੀਂ ਸਦਾ, ਜਾਂ ਪਹਾੜ ਹੀ ਨੇ। ਇੱਕ ਬੂਟੇ ਦੀ ਕਿੰਨੀ ਬੁਨਿਆਦ ਹੁੰਦੀ, ਆਖਰ ਉਹ ਵੀ ਢੇਰ ਢੇਰੀ ਹੁੰਦਾ। ਬੰਦਾ ਕਾਹਦਾ ਮਾਣ ਕਰਦਾ। ਇਸ ਕਰਕੇ ਗਊ ਦੀ ਸੇਵਾ ਕਰਨੀ, ਗਰੀਬ ਦੀ ਰੱਖਿਆ ਕਰਨੀ। ਲੇਕਿਨ ਹਰ ਜੀਵ ਦੇ ਵਿੱਚ ਪਰਮੇਸ਼ਰ ਦਾ ਲੇਕਿਨ ਮੇਰਾ ਦਿਮਾਗ ਖਰਾਬ ਸੁਣੀ, ਮੈਂ ਨੰਗੇ ਪੈਰੀ ਜੰਗਲਾਂ ਵਿੱਚ ਫਿਰਦਾ, ਪਰ ਮੈਨੂੰ ਅਸਲ ਰੱਬ ਮਿਲਿਆ। ਜੇ ਮੈਨੂੰ ਅਧੂਰਾ ਰੱਬ ਮਿਲਦਾ ਤਾਂ ਮੈਂ ਵੀ ਲੋਕਾਂ ਨੂੰ ਮਰਾਂਦਾ, ਜਾਂ ਲੋਕਾਂ ਨੂੰ ਮਰਾਂਦਾ, ਜਾਂ ਆਪ ਮਾਰਦਾ, ਜਾਂ ਇਹ ਸਿੱਖ ਮੌਨੇ ਦਾ ਸਵਾਲ ਉਠਾਉਂਦਾ, ਜਾਂ ਹਿੰਦੂ ਸਿੱਖ ਈਸਾਈ ਦਾ ਸਵਾਲ ਉਠਾਉਂਦਾ, ਜਾਂ ਮੰਦਰ ਮਸੀਤ ਗੁਰਦੁਆਰੇ ਗਿਰਜਾ ਘਰ ਦਾ ਸਵਾਲ ਉਠਾਉਂਦਾ। ਪਰ ਲੇਕਿਨ ਮੈਨੂੰ ਉਹ ਪਰਮਾਤਮਾ ਮਿਲਿਆ ਜਿਹਨੇ ਕਿਹਾ ਹਰ ਜੀਵ ਦੇ ਵਿੱਚ, ਕੀੜੀ ਤੋਂ ਲੈ ਕੇ ਹਾਥੀ ਤੱਕ, ਬੱਚੇ ਤੋਂ ਲੈ ਕੇ ਬਾਦਸ਼ਾਹ ਤੱਕ, ਸਭਨਾਂ ਵਿੱਚ ਇੱਕ ਮੇਰਾ ਰੂਪ ਹੈ। ਅਸੀਂ ਕੈਂਦੂ ਦੇ ਥੱਲੇ ਆ ਕੇ ਨਾ ਪਹਿਲਾਂ ਭਜਨ ਕੀਤਾ, ਕਾਫੀ ਟਾਈਮ ਭਜਨ ਵੀ ਕੀਤਾ ਸੀ ਕੈਂਦੂ ਥੱਲੇ ਆ ਕੇ। ਇੱਥੇ ਆ ਕੇ ਪਾਣੀ ਮੰਗਾਇਆ, ਫਿਰ ਇੱਥੇ ਆ ਕੇ ਸਾਨੂੰ ਖਿਆਲ ਲੱਗੀ ਸਾਰ ਫਿਰ ਦਰਸ਼ਨ ਪਾਉਂਦੇ ਤੇ ਜਿਹੜੀ ਬੌੜੀ ਸਾਹਿਬ ਬਣਾਈ ਨਾ, ਜਿਹਦਾ ਹੁਣ ਪਹਿਲਾਂ ਸੀਨ ਆਇਆ, ਉਹ ਬੌੜੀ ਸਾਹਿਬ ਇਸ ਵੇਲੇ ਤਾਂ ਜੰਗਲ 'ਚ ਕਿਤੇ ਪਾਣੀ ਨਹੀਂ ਤਾਂ ਹੁੰਦਾ। ਫਿਰ ਬੌੜੀ ਸਾਹਿਬ ਕੁਦਰਤ ਦੇ ਹੁਕਮ ਨਾਲ ਬਣੀ ਸੀ। ਲੇਕਿਨ ਇੱਥੇ ਲੱਖਾਂ ਹੀ ਲੋਕ ਪੀਪਿਆਂ ਨਾਲ, ਸੇਵਾਦਾਰ ਵੀ ਪੌੜੀਆਂ 'ਚ ਪਾਣੀ ਆਉਂਦੇ ਆਲੇ ਦੁਆਲਾ, ਪਰ ਲੇਕਿਨ ਇਹ ਪਾਣੀ ਨਹੀਂ ਘਟਿਆ। ਹਮੇਸ਼ਾ ਵਾਸਤੇ ਜਿਹੜੀ ਧਰਮ ਦੀ ਜੜ ਹਰੀ ਹੁੰਦੀ, ਜ਼ੁਲਮ ਦੀ ਜੜ ਕਦੇ ਨਹੀਂ ਹਰੀ ਰਹਿੰਦੀ। ਜ਼ੁਲਮ ਨੇ ਆਖਰ ਮਰਨਾ ਹੀ ਮਰਨਾ, ਜਿਹੜਾ ਧਰਮ ਨੇ ਇੱਕ ਦਿਨ ਤਰਨੀ ਕਰਨਾ। ਜਿਹੜਾ ਸੱਚ, ਜਿਹੜਾ ਇਨਸਾਨ ਸਾਹਿਬ ਦਾ ਭਲਾ ਕਰਦਾ, ਉਹੀ ਇਨਸਾਨ ਹੈ। ਇਸ ਕੈਂਦੂ ਸਾਹਿਬ ਥੱਲੇ ਬਹੁਤ ਟਾਈਮ ਬੈਠ ਕੇ ਨਾ ਮੈਂ ਭਜਨ ਕੀਤਾ। ਇਸ ਕੈਂਦੂ ਸਾਹਿਬ ਦੇ ਥੱਲੇ ਬੰਦੇ ਦੀ ਕੋਈ ਬੁਨਿਆਦ ਨਹੀਂ, ਇਸ ਕੈਂਦੂ ਦੀ ਬੁਨਿਆਦ ਹੈ, ਬੰਦੇ ਦੀ ਕੋਈ ਬੁਨਿਆਦ। ਇਹਦੇ ਅੱਗੇ ਵੀ ਤਲਾਅ ਹੈਗੇ ਕਾਫੀ ਜੰਗਲਾਂ 'ਚ, ਬਗੀਚੇ ਲੱਗ ਰਹੇ ਆ। ਸਿਰ ਪਰ ਲੈ ਕੇ ਗਏ ਆ, ਲੱਖ ਲੱਖ ਏਟ, 10-10 ਲੱਖ ਏਟ ਸਿਰਾਂ ਪਜਾਈ ਹੈ, ਸਿਰਾਂ ਪਰੇ ਗਈਆਂ ਸਾਰੀਆਂ। ਇਹਦੇ ਵੀ ਗਾਹਾਂ ਜੰਗਲਾਂ 'ਚ ਬੌੜੀਆਂ, ਤਲਾਅ, ਪਾਣੀ ਖੜੇ ਆ। ਸਭ ਜਗ੍ਹਾ ਰਾਸ਼ਨ ਮਿਲੂਗਾ ਜੰਗਲ 'ਚ ਪਾਇਆ ਵਾ। ਕਿ ਸਭ ਚੀਜ਼ਾਂ ਇੱਥੇ ਨਸ਼ਟ ਹੋ ਜਾਣੀਆਂ, ਨਾਸਮਾਨ ਹੋ ਜਾਣੇ। ਇੱਕ ਰੱਬ ਦਾ ਨਾਮ ਰਹਿਣਾ ਇਸ ਧਰਤੀ ਤੇ, ਕਿਸੇ ਚੀਜ਼ ਨਾਲ ਨਹੀਂ ਰਹਿਣਾ। ਬੰਦੇ ਦੀ ਕੋਈ ਬੁਨਿਆਦ ਨਹੀਂ ਹੈ। ਜਿਹੜਾ ਜੀਆ ਹੁਣ ਇੱਥੇ ਰਾਸ਼ਨ ਪਾ ਕੇ ਚੱਲੇ, ਲੱਖਾਂ ਜੀਵ ਭੁੱਖੇ ਖਾ ਰਹੇ ਆ, ਪਾਣੀ ਪੀ ਰਹੇ ਆ। ਇੱਕ ਬੰਦਿਆਂ ਨੂੰ ਬੰਦੇ ਮਾਰ ਰਹੇ ਆ ਪੈਸੇ ਲੈ ਕੇ, ਇੱਕ ਜੀਵਾਂ ਨੂੰ ਇੱਕ ਬੰਦੇ ਜੀਵਾਂ ਨੂੰ ਖਾ ਰਹੇ ਆ। ਲੇਕਿਨ ਆਖਿਰਕਾਰ ਆਣ ਕੇ, ਲੇਕਿਨ 84 ਦਾ ਚੱਕਰ ਹੈ, ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਜੇ ਸਾਰੇ ਬੰਦੇ ਚੰਗੇ ਕਰਨ ਆਪਣਾ ਡੰਗਰ, ਪਸ਼ੂ, ਬੱਕਰੇ, ਮੀਂਢੇ, ਸੱਪ ਸਰਾਲਾ ਕੌਣ ਬਣੂਗਾ, ਦਰਖਤ ਜੂਨ ਕੌਣ ਬਣੂਗਾ। आपको परमात्मा के साथ हुआ परमात्मा ਦਾ ਹਾਜ਼ਰਾ, परमात्मा ਤੁਹਾਡੇ ਸਾਰਿਆਂ ਦੇ परमात्मा। ਅਗਰ ਅਸੀਂ ਸਭ ਵਿੱਚ परमात्मा, ਦੇਖੋ परमात्मा 24 ਘੰਟੇ ਸਾਡੇ ਕੋਲ। ਜੇ ਕਿਸੇ ਦੇ ਗਲੇ ਵੱਢਾਂਗੇ ਜਾ ਕੇ, ਸਾਨੂੰ परमात्मा ਕਿੱਥੇ ਮਿਲ ਜੂਗਾ। ਅਸੀਂ ਚੰਗਾ ਕਰਮ ਕਰਾਂਗੇ, ਗਊ ਗਰੀਬ ਦੀ ਸੇਵਾ ਕਰੇ, परमात्मा ਤਾਂ ਇਨਸਾਨ ਦੇ ਹਾਜ਼ਰ ਨਾਜ਼ਰ ਹਰ ਵੇਲੇ ਕੋਲ ਹੈ। परमात्मा ਦਾ ਸਿੱਖ ਸੇਵ ਕੋਈ ਜਿਹੜਾ ਗਊ ਗਰੀਬ ਦੀ ਰੱਖਿਆ ਕਰੇ, ਜਿਹੜਾ ਹਰ ਦਾ ਭਲਾ ਮੰਗਾ। ਸਿੱਖ ਮੋਨੇ ਹਿੰਦੂ ਸਿੱਖ ਈਸਾਈ ਦਾ ਸਵਾਲ ਨਾ ਉਠਾਵੇ, ਉਹੀ परमात्मा ਦਾ ਜੀਵ ਹੈ। ਬਿਆਨ ਕਰਨੇ ਬੂਟੇ ਨੇ, ਇਹ ਜਿਹੜਾ ਬੂਟਾ ਨਾ ਲਾਇਆ, ਲਾ ਕੇ ਪਾਣੀ ਪੂਣੀ ਪਾਇਆ, ਜੰਗਲੀ ਜਾਨਵਰਾਂ ਵਾਸਤੇ ਕੋਈ ਨਾ ਕੋਈ ਬੰਦਾ ਹੋਊਗਾ, ਮਤਲਬ ਬੈਠੂਗਾ ਛਾਵਾਂ ਕੋਈ ਪੰਛੀ ਬੈਠਾ। ਇਦਾਂ ਦੇ ਹਜ਼ਾਰਾਂ ਬੋੜ ਪਿੱਪਲ ਇੱਕ ਜਿਹੜੇ ਮੈਂ ਜੰਗਲਾਂ 'ਚ ਆਪਣੀ ਹੱਥੀਆਂ ਲਾ ਚੁੱਕਿਆ, ਲਵਾ ਚੁੱਕਿਆ। ਇਹੀ ਚੀਜ਼ਾਂ ਮਤਲਬ ਹੁਣ ਤਾਂ ਇਹ ਕੋਸ਼ਿਸ਼ ਹੈ ਵੀ ਹਰ ਜਗ੍ਹਾ ਬਗੀਚਾ, ਅੰਬ, ਮਰੂਦ ਵਧੀਆ ਜਿਹੜੇ ਕਿ ਪੰਛੀ ਭੁੱਖੇ ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰ ਸਕਦੇ। ਇੰਨੀ ਕੋਸ਼ਿਸ਼ ਹੈ, ਬਾਕੀ ਅੱਗੇ परमात्मा ਨੇ ਕਰਨਾ। ਪਰ ਹਰ ਜੰਗਲ ਦੇ ਵਿੱਚ ਇਹ ਵੀ ਕੋਸ਼ਿਸ਼ ਵੱਧ ਤੋਂ ਵੱਧ। 1980 ਦੇ ਵਿੱਚ ਇਸ ਵੇਲੇ ਇਸ ਘਣੇ ਜੰਗਲ ਦੇ ਵਿੱਚ ਆ ਕੇ ਜਿਸ ਪਰਮੇਸ਼ਰ ਨੇ ਮੈਨੂੰ ਪੈਦਾ ਕਰਕੇ ਭੇਜਿਆ, ਉਹਦੇ ਹੁਕਮ ਦੇ ਨਾਲ ਜਿਸ ਵੇਲੇ ਧਰਮ ਕਲਾ ਸਥਾਨ ਨੂੰ ਆਬਾਦ ਕੀਤਾ, ਉਸ ਵੇਲੇ ਮੈਂ ਆਪਣੀ ਹੱਥੀਂ ਚੌਂਕੀ ਸਾਹਿਬ ਉਹ ਸਾਰੀ ਦੀ ਹੈ। ਮਤਲਬ 5 ਫੁੱਟ 7 ਫੁੱਟ ਜ਼ਮੀਨ ਦੇ ਵਿੱਚ ਵੀ ਦੀ ਸੀਮੈਂਟ ਦੀ ਚਨਾਈ ਹੈ। ਜਿਸ ਵੇਲੇ ਕਾਂਡ ਹੋਏ, ਵੇਲੇ ਗੋਲੀਆਂ ਮਾਰੀਆਂ ਬਦਲੇ ਦੀ ਭਾਵਨਾ ਇਹਦੇ ਵਿੱਚ ਚੌਂਕੀ ਸਾਹਿਬ ਦੇ ਵਿੱਚ। ਇਹ ਗੋਲੀਆਂ ਦੇ ਨਿਸ਼ਾਨ ਦੇ ਵਿੱਚ ਪਾਣੀ ਦੀ ਧਾਰ ਪਾ ਗਈ, ਪਾਣੀ ਅੰਮ੍ਰਿਤ ਵਗ ਰਿਹਾ ਇਹਦੇ ਵਿੱਚ ਤੇ ਗੋਲੀਆਂ ਪੱਥਰਾਂ 'ਚੋਂ ਅੰਮ੍ਰਿਤ ਵਗ ਰਿਹਾ, ਜੋ ਮੈਂ ਆਪਣੇ ਹੱਥਾਂ ਨਾਲ ਆਪ ਉਹ ਸਾਰੀ ਚਲਾਈ। ਆਪਣੇ ਲਈ ਤਾਂ ਇੱਥੇ ਸਭ ਲੋਕੀ ਕਰਦੇ
ਵਾਸਤੇ ਤੂੰ ਮੈਂ ਗੁਰੂ ਗ੍ਰੰਥ ਸਾਹਿਬ ਵਾਸਤੇ ਮੈਂ ਗੁਰਦੁਆਰਾ ਰਮਾਲੇ ਭੇਟ ਕਰੇ ਤੇ ਰਮਾਲੇ ਕਦੇ ਕਦੇ ਗੁਰੂ ਘਰ ਦੇ ਜਾ ਕੇ ਨਾ ਭੇਜੀ ਇਹ ਤੇਰੀ ਡਿਊਟੀ ਹੈ। ਦੁਨੀਆ ਦੀ ਆਪਣੀ ਆਪਣੀ ਸਮਝ ਹੈ। ਜਿਹੜੇ ਨਿੰਦਿਆ ਕਰਦੇ ਕੁਦਰਤ ਨੂੰ ਰੱਖਿਆ ਉਸ ਪਾਸਾ ਹੈ, ਉਹ ਵੀ ਪ੍ਰਮਾਤਮਾ ਦੇ ਜੀਵ ਹੈ। ਜਿਹੜੇ ਚੰਗਾ ਕਹਿੰਦੇ ਉਹ ਵੀ ਪ੍ਰਮਾਤਮਾ ਜੀਵ ਹੈ। ਇਹ ਜਿਹੜੇ 84 ਦਾ ਚੱਕਰ ਹੈ ਨਾ, 84 ਲੱਖ ਜੀਵ ਨੇ, ਇਸ ਤਰ੍ਹਾਂ ਕੁਦਰਤ ਦੀ ਇਹ ਸਾਜੀ ਵੀ ਹੈ। ਜਿਸ ਤਰ੍ਹਾਂ ਦਾ ਕਰਮ ਕਰਦਾ ਉਹਨੂੰ ਉਸ ਤਰ੍ਹਾਂ ਦਾ ਫਲ ਮਿਲਦਾ। ਕਿਸੇ ਦੇ ਕਹਿਣ ਨਾਲ ਕੋਈ ਚੋਰ ਨਹੀਂ ਬਣਦਾ, ਕਿਸੇ ਦੇ ਕਹਿਣ ਨਾਲ ਕੋਈ ਠੱਗ ਨਹੀਂ। ਠੀਕ ਹੈ ਜੀ। ਤੁਸੀਂ ਸਾਰਿਆਂ ਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ। ਨਿਹੰਗ ਸਿੰਘਾਂ ਸਾਰੇ ਜਿੰਨੇ ਵੀ ਜੀਵ ਜੰਤ ਸਾਧ ਸੰਤ ਸਾਰਿਆਂ ਨੂੰ ਸੱਤ ਅੱਗੇ ਮੰਨਦੇ ਨੇ। ਸੱਚੇ ਪਾਤਸ਼ਾਹ ਤੁਹਾਡੀ ਜੁਗੋ ਜੁਗੋ ਟੱਲ। ਅਸੀਂ ਤਾਂ ਇਹ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦਰਸ਼ਨਦਾਰ ਹੋਏ। ਬਾਬਾ ਪਿਆਰਾ ਸਿੰਘ ਦੀ ਨਿੰਦਿਆ ਕਰਦੇ ਨੇ, ਚਾਹੇ ਲੱਖਾਂ ਇਹ ਧਰਤੀ ਤੇ ਆ ਜਾਣ, ਉਹਨਾਂ ਵਰਗੇ ਨਹੀਂ ਬਣ ਸਕਦੇ। ਬਾਬਾ ਪਿਆਰਾ ਨਾ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ। ਬਾਬਾ ਪਿਆਰਾ ਨਾ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ। ਬਾਬਾ ਪਿਆਰਾ ਨਾ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ। ਨਾਮ ਜਿਹੜੇ ਵੇਚਦੇ ਉਹਨਾਂ ਨੂੰ ਨਹੀਂ ਮਿਲਣਾ ਏ ਰਾਹ, ਉਹ ਬੰਦਿਆ ਉਹਨਾਂ ਨੂੰ ਨਹੀਂ ਮਿਲਣਾ ਏ ਰਾਹ। ਦਾਦੇ ਘਰਾਂ ਦਾ ਨਾਮ ਜਿਹੜਾ ਵੇਚ ਵਾਸਤੇ ਰਮਾਲੇ ਕਿ ਧਰਮ ਨਹੀਂ ਕੋਈ ਮਾੜਾ ਹੁੰਦਾ, ਬੇਦਵਾਸ ਕੋਈ ਮਾੜਾ, ਇਨਸਾਨ ਮਾੜਾ ਹੋ ਸਕਦਾ। ਗੁਰੂ ਨਾਨਕ ਨਾਥ ਆਸ਼ਰਮ ਵੱਲੋਂ ਬਾਬਾ ਜੀ ਪਹੁੰਚੇ ਨੇ, ਜੋ ਪਟਿਆਲਾ ਬ੍ਰਾਂਚ ਦੀ ਸੇਵਾ ਵਾਸਤੇ, ਮਰੀਜ਼ਾਂ ਦੀ ਸੇਵਾ ਵਾਸਤੇ ਬਾਬਾ ਜੀ ਮਹਾਂਪੁਰਸ਼ਾਂ ਵੱਲੋਂ ਬਹੁਤ ਬੇਅੰਤ ਸੇਵਾ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਨਰਕਾਂ ਦੇ ਅਧਿਕਾਰੀ ਨੇ ਜਿਹੜਾ ਨੇ ਰੋਕ ਲਾਏ ਭਾਈ ਝੂਠੇ ਬਾਬਾ ਜੀ ਤੇ ਉਹ ਨਰਕਾਂ ਦੇ ਅਧਿਕਾਰੀ ਨੇ, ਜਿਨ੍ਹਾਂ ਨੇ ਝੂਠੇ ਰੋਕ ਲਾਏ ਬਾਬਾ ਉਹ ਬਾਬਾ ਪਿਆਰਾ ਨਹੀਂ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ। ਬਾਬਾ ਪਿਆਰਾ ਨਹੀਂ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ। ਬਾਬਾ ਪਿਆਰਾ ਨਹੀਂ ਕਿਸੇ ਨੇ ਬਣ ਜਾਣਾ, ਕਿਸੇ ਨੇ ਬਣ ਜਾਣਾ, ਉਹ ਘਰ ਘਰ ਪੁੱਤ ਜੰਮਦੇ ਜੰਮਦੇ। ਪਿਆਰਾ ਨਹੀਂ ਕਿਸੇ ਨੇ ਬਣ ਜਾਣਾ ਜੀ, ਘਰ ਘਰ ਪੁੱਤ ਜੰਮਦੇ। ਸਿੰਘ ਨਹੀਂ ਕਿਸੇ ਨੇ ਬਣ ਜਾਣਾ ਜੀ, ਘਰ ਘਰ ਪੁੱਤ ਜੰਮਦੇ। ਭਾਈ ਗੁਰੂ ਦੇ ਪਿਆਰਿਆਂ ਦੇ ਕਦੇ ਰੋਕ ਨਹੀਂ ਲਾਉਣਾ ਚਾਹੀਦਾ। ਗੁਰੂ ਦੇ ਪਿਆਰਿਆਂ ਦੀ ਸਦਾ ਮੈਦਾਨ ਫਤਿਹ ਹੋਵੇ, ਚੜ੍ਹਦੀ ਕਲਾ ਹੋਵੇ। ਸੱਚੇ ਪਾਤਸ਼ਾਹ ਇਹਨਾਂ ਪਿਆਰਿਆਂ। ਹਾਂਜੀ ਬਾਬਾ ਜੀ, ਤੁਸੀਂ ਕਿੱਥੋਂ ਆਏ ਆ? ਗੁਰੂ ਨਾਨਕ ਨਾਥ ਆਸ਼ਰਮ ਤੋਂ ਆਇਆ ਜੀ। ਹਾਂਜੀ। ਤੇ ਇਹ ਆਏ ਸਾਰੀ ਆਪਣਾ ਆਏ, ਜਦੋਂ ਵੀ ਆਈਦਾ ਇਹਨਾਂ ਕੋਲੋਂ ਬੜਾ ਮਾਨ ਲੈ ਕੇ ਜਾਈਦਾ। ਰਾਸ਼ਨਾਂ ਦੀ ਮਾਇਆ ਦੀ ਸੇਵਾ ਔਰ ਵੱਧ ਚੜ੍ਹ ਕੇ ਦਿੰਦੇ ਨੇ, ਬੜਾ ਸਤਿਕਾਰ ਮਾਨ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਇਹਨਾਂ ਤੇ ਹੱਥ ਰੱਖੇ ਔਰ ਇਹਨਾਂ ਚੜ੍ਹਦੀਆਂ ਕਲਾ ਕਰਦਾ ਰਹੇ। ਇਸੇ ਤਰ੍ਹਾਂ ਇਹਨਾਂ ਦੀ ਸੇਵਾ ਜਾਂਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨ 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 ਬਾਬਾ ਪਿਆਰਾ ਸਿੰਘ ਜੀ ਮਹਾਰਾਜ। ਇਹ ਬਹੁਤ ਹੀ ਮਹਾਨ ਪੁਰਸ਼ ਹਨ। ਆਏ ਸਾਲ 6 ਮਹੀਨੇ ਹਾੜੀ ਸੋਣੀ ਸਦਾ ਹੀ ਇਹਨਾਂ ਦੇ ਪਾਸ। ਅਸੀਂ ਜੋਗਿੰਦਰ ਨਗਰ ਰਾਮਾ ਮੰਡੀ ਜਲੰਧਰ ਕੈਂਟ ਤੋਂ ਗੁਰੂ ਨਾਨਕ ਨਾਥ ਆਸ਼ਰਮ ਦੇ ਖਾਤਰ ਲੰਗਰਾਂ ਵਾਸਤੇ ਸੇਵਾ ਲੈਣ ਵਾਸਤੇ ਇਹਨਾਂ ਪਾਸ ਪਹੁੰਚਦੇ ਹਾਂ। ਤੇ ਆਏ ਜਥੇ ਨੂੰ ਜੀ ਆਇਆਂ ਕਹਿੰਦੇ ਹਨ, ਬੜਾ ਮਾਣ ਤੇ ਸਤਿਕਾਰ ਕਰਦੇ ਹਨ। ਲੰਗਰ ਪ੍ਰਸ਼ਾਦਿਆਂ ਦੀ ਸੇਵਾ, ਬੇਅੰਤ ਹੀ ਸੇਵਾ। ਆਈ ਸੰਗਤਾਂ ਨਾਲ ਪਿਆਰ, ਹਰੇਕ ਧਰਮ ਦੇ ਜੀਵਾਂ ਨਾਲ ਪਿਆਰ, ਪਸ਼ੂਆਂ ਨਾਲ ਪਿਆਰ, ਉਹਨਾਂ ਜੀਵਾਂ ਨਾਲ ਪਿਆਰ ਜਿਹੜੇ ਪਹਾੜਾਂ ਤੇ ਪੱਥਰਾਂ ਦੇ ਵਿੱਚ ਬੈਠੇ ਨੇ। ਉਹਨਾਂ ਜੀਵਾਂ ਨੂੰ ਰਿਜ਼ਕ ਪਾਉਂਦੇ ਨੇ, ਗਊ ਤੇ ਗਰੀਬ ਦੀ ਰੱਖਿਆ ਕਰਦੇ ਨੇ। ਹੁਣ ਵੀ ਉਹਨਾਂ ਨੇ ਬਹੁਤ ਸਤਿਕਾਰ ਤੇ ਮਾਣ ਕੀਤਾ ਹੈ। ਆਈ ਸੰਗਤ ਦਾ ਮਾਣ ਉਹਨਾਂ ਨੇ ਬੇਅੰਤ ਹੀ ਮਾਇਆ ਦੀ ਸੇਵਾ ਵੀ ਦਿੱਤੀ ਹੈ ਅਤੇ ਉਹਨਾਂ ਅਨਾਥ ਗਰੀਬਾਂ ਪਾਗਲਾਂ ਰੋਗੀਆਂ ਦੇ ਲਾਈਲੇ ਭਰ ਕੇ ਅਨਾਜ ਦੀ ਸੇਵਾ ਵੀ ਭੇਜੀ ਹੈ। ਬਾਬਾ ਜੀ ਦੀ ਹਰੇਕ ਮੈਦਾਨ ਫਤਿਹ ਹੋਵੇ, ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ। ਇਹਨਾਂ ਨੂੰ ਕੋਈ ਦੁੱਖ ਨਾ ਆਵੇ, ਤੱਤੀ ਵਹਾ ਨਾ ਲੱਗੇ, ਅੰਗ ਸੰਗ ਰਹਿ ਕੇ ਮਹਾਰਾਜ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ। ਪਰਮ ਸਤਿਕਾਰਯੋਗ ਸਮੂਹ ਦੇਸ਼ ਵਾਸੀਆਂ ਅੱਗੇ, ਸੰਸਾਰ ਵਾਸੀਆਂ ਅੱਗੇ ਭਾਈ ਬੇਨਤੀ ਹੈ ਕਿ ਇਹ ਬਾਬਾ ਪਨਿਆਰਾ ਵਾਲੇ ਸੰਤ ਬਾਬਾ ਪਿਆਰਾ ਸਿੰਘ ਜੀ, ਇਹਨਾਂ ਦੇ ਪਾਸ ਕਾਫੀ ਸਮੇਂ ਤੋਂ ਭਾਈ ਹਰ ਸੰਸਥਾ ਦੇ ਸੇਵਾਦਾਰ ਪਹੁੰਚਦੇ ਨੇ ਔਰ ਅਸੀਂ ਵੀ ਕਾਫੀ ਸਮੇਂ ਤੋਂ ਇਹਨਾਂ ਦੇ ਪਾਸ ਪਹੁੰਚ ਰਹੇ ਹਾਂ। ਇਹਨਾਂ ਦੇ ਮੁਖ ਤੋਂ ਕਦੀ ਵੀ ਕੋਈ ਇਹੋ ਜਿਹਾ ਵਚਨ ਨਹੀਂ ਸੁਣਿਆ ਜਿਹਦੇ ਦੇ ਨਾਲ ਦੇਸ਼ ਦੀ ਅਖੰਡਤਾ ਦੇ ਉੱਤੇ ਕੋਈ ਪ੍ਰਭਾਵ ਪੈਂਦਾ ਹੋਵੇ। ਇਹ ਹਮੇਸ਼ਾ ਏਕਤਾ ਦੀ ਗੱਲ ਕਿ ਏਕਤਾ ਅਖੰਡਤਾ ਦੀ ਗੱਲ ਕਰਦੇ ਨੇ ਔਰ ਜਦੋਂ ਵੀ ਕੋਈ ਵੀ ਕਿਸੇ ਵੀ ਧਰਮ ਦਾ ਸੇਵਾਦਾਰ
ਜਾਂ ਕੋਈ ਵੀ ਸ਼ਖਸ ਇਹਨਾਂ ਦੇ ਪਾਸ ਆਉਂਦਾ ਹੈ, ਸਾਧੂ ਮਹਾਤਮਾ ਸੰਤ ਆਉਂਦਾ ਹੈ, ਬਹੁਤ ਪਿਆਰ ਸਤਿਕਾਰ ਦੇ ਨਾਲ ਇੱਜ਼ਤ ਮਾਣ ਕਰਦੇ ਨੇ। ਔਰ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਕੋਈ ਝੂਠੇ ਇਲਜ਼ਾਮ ਲੱਗੇ ਨੇ, ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜਾਣੀ ਜਾਣ ਹਮੇਸ਼ਾ ਸੱਚ ਦੀ ਜਿੱਤ ਹੋਈ ਹੈ ਔਰ ਸੱਚ ਦੀ ਹੀ ਜਿੱਤ ਰਹਿਣੀ ਹੈ। ਜੋ ਵੀ ਇਹਨਾਂ ਦੇ ਝੂਠੇ ਇਲਜ਼ਾਮ ਲੱਗੇ ਨੇ ਉਹ ਬੇਬੁਨਿਆਦ ਹਨ। ਇਹ ਝੂਠੇ ਬੇਬੁਨਿਆਦ ਜੋ ਇਹਨਾਂ ਦੇ ਇਲਜ਼ਾਮ ਲੱਗੇ ਹਨ, ਇਹਨਾਂ ਦਾ ਕੁਝ ਸਮੇਂ ਦੇ ਵਿੱਚ ਹੀ ਨਿਪਟਾਰਾ ਸੱਚ ਦਾ ਸੱਚ ਹੋ ਜਾਏਗਾ, ਝੂਠ ਦਾ ਝੂਠ ਹੋ ਜਾਏਗਾ ਔਰ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਚੜ੍ਹਦੀ ਕਲਾ ਰਹੇਗੀ। ਵਾਹਿਗੁਰੂ ਖਾਲਸਾ। अपरंपारी संत की महिमा, 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 अपरंपारी ओ संत की महिमा, अपरंपारी 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 संत की महिमा, वेद न जाने संत की महिमा, वेद न जाने ओ संत की महिमा, वेद न जाने 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 ओ संत की महिमा,